ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਆਤਮ ਪੁਰਸ਼ਾਰਥ ਅਤੇ ਦੇਵੀ ਪ੍ਰਸਾਦ। ਭਗਤੀ ਆਪਣੇ ਪੁਰਸ਼ਾਰਥ ਦਾ ਫਲ ਹੈ ਜਾਂ ਈਸ਼ਵਰੀ ਕਿਰਪਾ ਵੀ ਆਪਣੇ ਉਦਮ ਨਾਲ ਮਿਲਦੀ ਹੈ। ਪੁਰਸ਼ਾਰਥ ਮੈਨੇ ਉਦਮ ਜਾਂ ਮਹਾਰਾਜ ਦੀ ਕਿਰਪਾ ਨਾਲ। ਭਗਤੀ ਵਿੱਚ ਪੁਰਸ਼ਾਰਥ ਅਤੇ ਈਸ਼ਵਰੀ ਕਿਰਪਾ ਦੋਨੋਂ ਜ਼ਰੂਰੀ ਹੈ। ਕਹਿੰਦੇ ਆਪ ਵੀ ਉਦਮ ਕਰਨਾ ਚਾਹੀਦਾ, ਦਲਿੱਦਰਤਾ ਨਹੀਂ ਧਾਰਨੀ ਚਾਹੀਦੀ, ਅਤੇ ਮਹਾਰਾਜ ਦੀ ਕਿਰਪਾ ਲਈ ਵੀ ਅਰਦਾਸ ਕਰਨੀ ਚਾਹੀਦੀ ਹੈ। ਜਿਵੇਂ ਕਿਸਾਨ ਹਲ ਵਾਹੁੰਦਾ ਹੈ ਅਤੇ ਬੀਜ ਬੀਜਦਾ ਹੈ, ਪਰ ਵਰਖਾ ਉੱਪਰੋਂ ਆਉਂਦੀ ਹੈ। ਸਮੁੰਦਰੀ ਮਲਾਹ ਕਿਸ਼ਤੀਆਂ ਲੈ ਕੇ ਅਨੁਕੂਲ ਹਵਾ ਦੀ ਉਡੀਕ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਭਗਤ ਸਾਧਨ ਕਰਦਾ ਹੈ ਅਤੇ ਈਸ਼ਵਰ ਕਿਰਪਾ ਦੀ ਵਰਖਾ ਜਾਂ ਹਵਾ ਇਹ ਗੈਬ ਦੀ ਉਡੀਕ ਵਿੱਚ ਰਹਿੰਦਾ। ਇਹ ਗੈਬੀ ਹਵਾ ਤੋਂ ਉਹੀ ਚਲਾਉਂਦਾ ਨਾ ਜਿੱਥੇ ਕਿਰਪਾ ਵਾਦ ਨਹੀਂ, ਸਖਤ ਨਿਯਮ ਹੀ ਨਿਯਮ ਹੈ, ਉੱਥੇ ਹੰਕਾਰ ਮੌਜੂਦ ਰਹਿੰਦਾ ਹੈ। ਅਤੇ ਜਿੱਥੇ ਹੰਕਾਰ ਹੁੰਦਾ ਹੈ ਉੱਥੇ ਭਗਤੀ ਦਾ ਪ੍ਰਵੇਸ਼ ਨਹੀਂ ਹੁੰਦਾ। ਵਰਖਾ ਦੇ ਬਿਨਾਂ ਖੇਤੀ ਅਤੇ ਪ੍ਰਭੂ ਕਿਰਪਾ ਬਿਨਾਂ ਭਗਤੀ ਨਹੀਂ ਹੁੰਦੀ। ਇਸ ਲਈ ਭਗਤ ਨੂੰ ਸਭ ਕੁਝ ਕਰਦੇ ਹੋਏ ਵੀ ਭਗਵਾਨ ਦੀ ਕਿਰਪਾ ਦਾ ਭਿਖਾਰੀ ਰਹਿਣਾ ਹੋਵੇਗਾ। ਬੇਨਤੀ ਅਤੇ ਉਡੀਕ ਦੇ ਇਲਾਵਾ ਹੋਰ ਕੋਈ ਬਸ ਨਹੀਂ ਚੱਲਦਾ। ਕਹਿੰਦੇ ਹਨ ਕਿ ਭਗਤੀ ਦਾ ਰਸਤਾ ਬਲ ਥਲ ਖੁਸ਼ਕੀ ਵਿੱਚ ਅਤੇ ਨਦੀ ਜਲ ਵਿੱਚ ਹੁੰਦਾ ਹੈ। ਕਦੇ ਤਾਂ ਲਗਾਤਾਰ ਸਾਧਨ ਨਾਲ ਚਿੱਤ ਸੁੱਕੇ ਦਾ ਸੁੱਕਾ ਰਹਿੰਦਾ ਹੈ ਅਤੇ ਕਦੇ ਭਗਵਾਨ ਦਾ ਨਾਮ ਲੈਂਦੇ ਹੀ ਜਾਂ ਸੁਣਦੇ ਸਾਰ ਹੀ ਰੌਂਗਟੇ ਖੜੇ ਹੋ ਜਾਂਦੇ ਹਨ ਅਤੇ ਅੱਖਾਂ ਤੋਂ ਚਸ਼ਮੇ ਵਹਿਣ ਲੱਗਦੇ ਹਨ। ਇਹ ਅਥਰੂ ਵੀ ਭਗਤੀ ਦੀ ਜਾਨ ਹਨ, ਕਿਉਂਕਿ ਪ੍ਰੇਮ ਨਾਲ ਹਿਰਦਾ ਭਰਦਾ ਫਿਰ ਇਹ ਅੱਖਾਂ 'ਚ ਅਥਰੂ ਆਉਂਦੇ ਹੈ ਅਤੇ ਬੇੜੀ ਵੀ ਪਾਣੀ ਚੱਲਦੀ ਹੈ, ਸੁੱਕੇ ਨਹੀਂ ਚੱਲਦੀ। ਜਿੱਥੇ ਬੈਰਾਗ ਨਹੀਂ ਮਹਾਰਾਜ ਦਾ ਪਿਆਰ ਨਹੀਂ ਜਾਗਦਾ ਉੱਥੇ ਭਗਤੀ ਕਿੱਥੋਂ ਆ ਜਾਏਗੀ। ਇਸ ਲਈ ਭਗਤ ਦਾ ਕੰਮ ਹੈ ਕਿ ਕਿਸ਼ਤੀ ਨਦੀ ਵਿੱਚ ਠੇਲ ਦੇਵੇ ਅਤੇ ਹਵਾ ਇਹ ਗੈਬ ਦੀ ਉਡੀਕ ਵਿੱਚ ਰਹੇ। ਪੁਰਸ਼ਾਰਥ ਕਰਨਾ ਭਗਤ ਦੇ ਹੱਥ ਵਿੱਚ ਹੈ, ਪਰ ਫਲ ਭਗਵਾਨ ਦੇ ਹੱਥ ਵਿੱਚ ਹੈ। ਬੰਦਾ ਜੋੜੇ ਫਲੀ ਫਲੀ, ਆਰਾਮ ਰੁੜਾਵੇ ਕੁੱਪਾ। ਉਹ ਫਿਰ ਕੁੱਪਾ ਹੀ ਬੜਾ ਸਾਰਾ ਹੀ ਭਾਂਡਾ ਜਿਹੜਾ ਰੁੜਾ ਦਿੰਦਾ ਹੈ। ਸਾਡੀ ਸਰਕਾਰ ਵੱਧ ਅੰਨ ਅਗਾਊ ਦਾ ਪ੍ਰਚਾਰ ਕਰਦੀ ਰਹੀ, ਪਰ ਅਸਾਮ ਵਿੱਚ ਇੱਕ ਦਿਨ ਦੇ ਹੜ੍ਹ ਨੇ ਹੀ 1000 ਵਰਗ ਮੀਲ ਵਿੱਚ ਲਹਿ ਲਹਾਉਂਦੇ ਖੇਤਾਂ ਨੂੰ ਉਜਾੜ ਕੇ ਰੱਖ ਦਿੱਤਾ। ਐਤਕੀ ਵੀ ਹੋਇਆ ਹੀ ਆ। ਅਤੇ ਪੁਰਸ਼ਾਰਥ ਕਰਨਾ ਹੈਗਾ ਕਿ ਜੇ ਪ੍ਰਾਰਥਨਾ ਨਹੀਂ ਕਰਦਾ, ਉਹਦੀ ਕਿਰਪਾ ਦਾ ਪਾਤਰ ਨਹੀਂ, ਇਹਦਾ ਕੀਤਾ ਵੀ ਰੁੜ ਜਾਂਦਾ। 4000 ਪਿੰਡ ਤਬਾਹ ਹੋ ਗਿਆ, ਇਕੱਲਾ ਇੱਧਰੇ, ਬਾਕੀ ਹਰਿਆਣੇ ਜਾਂ ਦੂਏ ਥਾਂ ਜੁਦੇ ਜੁਦੇ। ਹੁਣ ਜ਼ਿਮੀਂਦਾਰ ਨੇ ਮਿਹਨਤ ਕੀਤੀ ਹੈ, ਪਰ ਪਰਮੇਸ਼ਰ ਦੀ ਕਿਰਪਾ ਬਿਨਾਂ ਸਫਲਤਾ ਨਹੀਂ, ਫਲ ਨਹੀਂ ਮਿਲਦਾ। ਇਸ ਲਈ ਭਗਤ ਨੂੰ ਸਦਾ ਪ੍ਰਭੂ ਕਿਰਪਾ ਦੀ ਉਡੀਕ ਅਤੇ ਪੁਰਸ਼ਾਰਥ ਕਰਦੇ ਰਹਿਣਾ ਚਾਹੀਦਾ ਹੈ। ਸਾਕਾਰ ਅਤੇ ਨਿਰਾਕਾਰ। ਸੱਚੀ ਭਗਤੀ ਨੂੰ ਸਾਕਾਰ ਨਿਰਾਕਾਰ ਦੇ ਝਗੜੇ ਨਾਲ ਕੋਈ ਸੰਬੰਧ ਨਹੀਂ। ਉਹ ਤਾਂ ਸਿਰਫ ਸੁੰਦਰਤਾ ਅਤੇ ਪ੍ਰੇਮ ਦਾ ਭੋਜਨ ਚਾਹੁੰਦੀ ਹੈ, ਅਤੇ ਇਹ ਭੋਜਨ ਜਿਸ ਬਰਤਨ ਵਿੱਚ ਵੀ ਮਿਲੇ ਉਸ ਨੂੰ ਸਦਾ ਮਨਜ਼ੂਰ ਹੈ। ਸਾਕਾਰ ਨਿਰਾਕਾਰ ਦਾ ਝਗੜਾ ਹੀ ਫਜ਼ੂਲ ਹੈ। ਕਈ ਕਹਿੰਦੇ ਸਰਗੁਣ ਨੂੰ ਨਾ ਮੰਨੋ, ਨਿਰਗੁਣ ਨੂੰ ਮੰਨੋ। ਕੋਈ ਨਿਰਗੁਣ ਨੂੰ, ਕੋਈ ਸਰਗੁਣ ਨੂੰ, ਪਰ ਮਹਾਰਾਜ ਨੇ ਕਿਹਾ ਵੀ ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰਜਨ ਸਗਲੀ ਮੋਹੀ। ਦੋਹਾਂ ਰੂਪਾਂ 'ਚ ਹੀ ਹੈ। ਇਹ ਝਗੜਾ ਵਾਧੂ ਦਾ ਪਾਇਆ ਹੈ, ਬੇਮਤਲਬ ਹੈ, ਫਜ਼ੂਲ। ਭਗਤ ਨਾਮਦੇਵ ਜੀ, ਮੀਰਾਂ ਬਾਈ ਜੀ, ਚੈਤਨ ਪ੍ਰਭੂ ਜੀ, ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਜਿਵੇਂ ਸਾਕਾਰ ਦੇ ਉਪਾਸ਼ਕ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰਾਕਾਰ ਦੇ ਉਪਾਸ਼ਕ ਹਨ। ਸਾਰੇ ਪੂਰਨ ਭਗਤੀ ਦੇ ਨਮੂਨੇ ਹਨ
ਜਦੋਂ ਤੱਕ ਮੈਂ ਅਤੇ ਤੂੰ ਹੈ, ਨਿਰਾਕਾਰ ਤੱਕ ਪਹੁੰਚ ਹੀ ਨਹੀਂ ਹੁੰਦੀ। ਅਤੇ ਜੋ ਭਗਤੀ ਦੀ ਰਸਾਇਣਿਕ ਕਿਰਿਆ ਮੈਂ ਅਤੇ ਤੂੰ ਨੂੰ ਮਿਲਾ ਕੇ ਇੱਕ ਕਰ ਦੇਵੇਗੀ, ਫਿਰ ਅਸਲ ਵਿੱਚ ਨਿਰਾਕਾਰ ਦੀ ਪ੍ਰਾਪਤੀ ਹੋਵੇਗੀ। ਸਾਕਾਰ ਤੋਂ ਹੀ ਨਿਰਾਕਾਰ ਸਮਝਿਆ ਜਾਂਦਾ ਹੈ। ਭਾਵੇਂ ਕੋਈ ਤਖਤੀ ਤੇ, ਭਾਵੇਂ ਕਾਪੀ ਤੇ, ਔਰ ਖੁਸ਼ਖੱਤੀ, ਹਾਂਜੀ, ਸੁਲੇਖ, ਖੁਸ਼ਖਤ ਹੁੰਦਾ ਨਾ, ਸੋਹਣਾ ਲਿਖਣਾ, ਚੀਟੇ ਨਹੀਂ ਮਾਰਨੇ। ਕਈ ਲਿਖਦੇ ਤਾਂ ਹੈਗੇ ਆ, ਲਿਖ ਕੇ ਉਹ ਪੜ੍ਹ ਹੀ ਨਹੀਂ ਹੁੰਦੇ। ਆਪ ਬਹੁਤੇ ਦਸਤਖਤ ਕਰਦੇ, ਇਹ ਨਹੀਂ ਪਤਾ ਹੁੰਦਾ ਵੀ ਹੈ ਕਿਹਦੇ ਹੈ। ਵੀ ਅੱਖਰ ਤਾਂ ਹੋਵੇ, ਪੜ੍ਹ ਤਾਂ ਹੋਵੇ ਕੀ ਲਿਖਿਆ। ਕਈ ਆਪ ਲਿਖ ਲੈਂਦੇ, ਫਿਰ ਆਪ ਨੂੰ ਵੀ ਪੜ੍ਹਨਾ ਔਖਾ ਹੋ ਜਾਂਦਾ, ਉਦੋਂ ਝਰੀਟਾਂ ਮਾਰੀ ਜਾਣੀਆਂ। ਦਾ ਅਭਿਆਸ ਕਰੇ। ਅਸੀਂ ਤਾਂ ਖੁਸ਼ਖੱਤੀ ਦੇਖਣੀ ਹੈ। ਇਸ ਲਈ ਭਗਤ ਤਾਂ ਸਰਗੁਣ ਨਿਰਗੁਣ ਦੋਨਾਂ ਦੇ ਚੱਕਰ ਤੋਂ ਦੂਰ ਰਹਿੰਦਾ ਹੈ। ਉਸ ਦੇ ਜੀਵਨ ਦਾ ਵੱਡਾ ਉਦੇਸ਼ ਸਿਰਫ ਭਗਵਾਨ ਨਾਲ ਪ੍ਰੇਮ ਅਤੇ ਉਸ ਦੇ ਨਾਮ ਦਾ ਜਪ ਹੁੰਦਾ ਹੈ। ਉਹ ਤਾਂ ਇਹੀ ਚਾਹੁੰਦਾ ਹੈ ਕਿ ਭਗਵਾਨ ਦੇ ਨਾਮ ਦਾ ਸਿਮਰਨ ਬਣਿਆ ਰਹੇ ਅਤੇ ਇੱਕ ਛਿਨ ਵੀ ਉਸ ਦੇ ਨਾਮ ਤੋਂ ਅਲੱਗ ਨਾ ਹੋਵਾਂ। ਧੰਨ ਹੈ ਉਹ ਮਨੁੱਖ ਜਿਸ ਦਾ ਸਾਰਾ ਜੀਵਨ ਪ੍ਰਭੂ ਦੀ ਯਾਦ ਵਿੱਚ ਗੁਜ਼ਰਦਾ ਹੈ। ਭਗਤੀ ਦੇ ਭੇਦ ਪ੍ਰੇਮਾ ਅਤੇ ਗੌਣੀ ਭਗਤੀ ਦਾ ਸਰੂਪ। ਭਗਤੀ ਦੇ ਦੋ ਮੁੱਖ ਭੇਦ ਹਨ। ਗੌਣੀ ਭਗਤੀ ਹੈ, ਹਾਂਜੀ, ਅਤੇ ਸਿਕੰਡਰੀ ਲਵ, ਪ੍ਰੇਮਾ ਭਗਤੀ, ਹਾਂਜੀ, ਔਰ ਡਿਵੋਸ਼ਨ ਲਵ। ਹੁਣ ਇਹਦਾ ਸਰੂਪ ਦੱਸਦੇ ਆ। ਨੰਬਰ 1, ਗੌਣੀ ਭਗਤੀ। ਗੌਣੀ ਭਗਤੀ ਨੀਵੇਂ ਦਰਜੀ ਦੀ ਭਗਤੀ ਹੈ। ਇਸ ਨੂੰ ਅਪਰਾ ਭਗਤੀ ਕਹਿੰਦੇ ਹਨ। ਇਹ ਮਾਇਆ ਦੇ 3 ਗੁਣਾਂ ਦੇ ਨਾਲ ਮਿਲੀ ਹੋਈ ਹੁੰਦੀ ਹੈ। ਇਸ ਲਈ ਇਹ ਸ਼ੁੱਧ ਅਤੇ ਪੂਰਨ ਨਹੀਂ ਕਹਾ ਸਕਦੀ। ਪਰ ਇਹ ਪ੍ਰੇਮਾ ਭਗਤੀ ਜਾਂ ਪਰਾ ਭਗਤੀ ਤੱਕ ਪਹੁੰਚਣ ਦੇ ਲਈ ਪੌੜੀ ਦਾ ਕੰਮ ਦਿੰਦੀ ਹੈ। ਹਾਂਜੀ, ਗੌਣੀ ਭਗਤੀ ਗੁਣ ਭੇਦ ਨਾਲ 3 ਤਰ੍ਹਾਂ ਦੀ ਹੈ। ਹੁਣ ਪੌੜੀ ਜਿਹੜੀ ਹੈ, ਮਕਾਨ ਤਾਂ ਹੈ ਨਹੀਂ, ਪਰ ਮਕਾਨ 'ਤੇ ਚੜ੍ਹਨ ਲਈ ਪੌੜੀ ਦੀ ਲੋੜ ਤਾਂ ਪਵੇਗੀ ਨਾ। ਉਵੇਂ ਛੜੱਪਾ ਮਾਰ ਕੇ ਕਿਵੇਂ ਚੜ੍ਹੇਗਾ। ਨੰਬਰ 2 ਫਿਰ ਸਾਤਵਿਕ। ਇਹ ਪਾਪ ਨਾਸ਼ ਕਰਨ ਦੇ ਲਈ ਜਾਂ ਕਰਮ ਫਲ ਨੂੰ ਭਗਵਾਨ ਦੇ ਅਰਪਣ ਕਰਕੇ ਹਰੀ ਪੂਜਾ ਨੂੰ ਕਰਤੱਵ ਜਾਣ ਕੇ ਕੀਤੀ ਜਾਂਦੀ ਹੈ। ਪਰ ਇਸ ਵਿੱਚ ਭਗਤ ਅਤੇ ਭਗਵਾਨ ਵਿੱਚ ਭੇਦ ਬਣਿਆ ਰਹਿੰਦਾ ਹੈ। ਭਾਵ ਭਗਤ ਆਪਣੇ ਆਪ ਨੂੰ ਭਗਵਾਨ ਤੋਂ ਅਲੱਗ ਮੰਨਦਾ ਹੈ। ਇਸ ਲਈ ਮੁਕਤੀ ਆਦਿ ਦੀ ਇੱਛਾ ਰਹਿੰਦੀ ਹੈ। ਉਹਦੀ ਇੱਛਾ ਹੁੰਦੀ ਹੈ ਮੈਂ ਮੁਕਤ ਹੋ ਜਾਵਾਂ, ਮੇਰਾ ਹਿਰਦਾ ਸ਼ੁੱਧ ਹੋ ਜਾਏ। ਇਸ ਵਿੱਚ ਭਗਤ ਭਗਵਾਨ ਦੀ ਪੂਜਾ ਨਾਲ ਉਸ ਦੇ ਮਿਲਾਪ ਦੀ ਇੱਛਾ ਰੱਖਦਾ। ਇਹ ਵੀ ਹੁੰਦਾ ਵੀ ਮੇਰਾ ਮਿਲਾਪ ਹੋ ਜਾਏ। ਇਸ ਲਈ ਇਹ ਸਭ ਤੋਂ ਉੱਤਮ ਭਗਤੀ ਨਹੀਂ ਹੈ। ਇਹ ਭਗਤੀ ਦੇ ਲਈ ਹੀ ਭਗਤੀ ਹੁੰਦੀ ਹੈ। ਇਸ ਨੂੰ ਨਿਸ਼ਕਾਮ ਜਾਂ ਅਹੈਤੁਕੀ ਭਗਤੀ ਵੀ ਕਹਿੰਦੇ ਹਨ। ਵੀ ਇੱਛਾ ਕੋਈ ਨਹੀਂ ਰੱਖਣੀ, ਭਗਤੀ ਕਰਨੀ ਹੈ। ਨੰਬਰ 2 ਰਾਜਸੀ। ਇਹ ਵੀ ਭਗਵਾਨ ਨੂੰ ਆਪਣੇ ਤੋਂ ਜੁਦਾ ਮੰਨ ਕੇ ਭੋਗ, ਮਾਣ, ਪਦਾਰਥ ਮਿਲ ਜਾਣ, ਮਾਣ ਮਿਲ ਜਾਏ, ਦਾਨ, ਰੋਗ ਮੁਕਤੀ ਆਦਿ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ। ਇਸ ਨੂੰ ਸਕਾਮ ਜਾਂ ਹੈਤੁਕੀ ਭਗਤੀ ਕਹਿੰਦੇ ਹਨ। ਹਾਂਜੀ, ਇੱਛਾ ਰੱਖ ਕੇ ਕਰਦੇ ਹੈਗੇ। ਤੀਜਾ ਤਾਮਸੀ ਹੈ। ਇਹ ਭਗਤੀ ਕ੍ਰੋਧ, ਦੁਸ਼ਮਣੀ ਜਾਂ ਈਰਖਾ ਵਸ ਹੋ ਕੇ ਕੀਤੀ ਜਾਂਦੀ ਹੈ। ਹਾਂਜੀ, ਉੱਥੇ ਜਾਣਾ ਵੀ ਮੇਰਾ ਬੈਰੀ ਮਰ ਜਾਏ। ਹਾਂਜੀ, ਇਹ ਦੂਸਰੇ ਦੀ ਹਿੰਸਾ ਕਰਨ ਦੀ ਭਾਵਨਾ ਨਾਲ ਜੰਭ
ਦੰਭ ਵਸ ਕੀਤੀ ਜਾਂਦੀ ਹੈ ਅਤੇ ਭਗਵਾਨ ਨੂੰ ਆਪਣੇ ਤੋਂ ਜੁਦਾ ਮੰਨ ਕੇ ਕੀਤੀ ਜਾਂਦੀ ਹੈ ਕਿ ਉਹ ਜਿਹਾ ਮੰਤਰ ਮੁੰਤਰ ਜਪਦੇ ਆ, ਦੂਏ ਦਾ ਬੁਰਾ ਕਰਨ ਵਾਸਤੇ ਟੂਣੇ ਟਾਮਣ ਕਰਦੇ ਆ। ਉੱਪਰ ਦੇ ਵਰਣਨ ਤੋਂ ਇਹ ਸਪਸ਼ਟ ਹੈ ਕਿ ਗਾਉਣੀ ਭਗਤੀ ਭੇਦ ਭਾਵ ਦੀ ਭਗਤੀ ਹੈ। ਉਹਦੇ 'ਚ ਅਭੇਦ ਹੋਣ ਵਾਲੀ ਨਹੀਂ, ਅਭੇਦ ਭਾਵ ਦੀ ਭਗਤੀ ਨਹੀਂ। ਪਰ ਜਦੋਂ ਮੋਕਸ਼ ਕਾਮਨਾ ਵੀ ਤਿਆਗ ਦਿੱਤੀ ਜਾਂਦੀ ਹੈ ਅਤੇ ਸਿਰਫ ਭਗਵਾਨ ਹੀ ਇੱਕ, ਭਗਵਾਨ ਜਿਹੜਾ ਇੱਕੋ ਇੱਕ ਕਹਿੰਦੇ ਇੱਕ ਮਾਤਰ ਕੰਮ ਵਸਤੂ ਰਹਿ ਜਾਂਦੀ, ਵੀ ਭਗਵਾਨ ਦਾ ਹੀ ਕਾਮਨਾ ਰਹਿੰਦੀ, ਦੂਜੀ ਨਹੀਂ ਕੋਈ ਵੀ, ਤਾਂ ਇਹ ਗਾਉਣੀ ਭਗਤੀ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ। ਪਹਿਲਾਂ ਜਿਵੇਂ ਧਰੂ ਨੇ ਕੀਤੀ ਸੀ ਨਾ, ਮੈਨੂੰ ਰਾਜ ਮਿਲੇ, ਕਰਦਿਆਂ ਕਰਦਿਆਂ ਫਿਰ ਫੁਰਨਾ ਦੂਰ ਹੋ ਗਿਆ। ਮਹਾਰਾਜ ਕਹਿੰਦੇ ਵੀ ਤੂੰ ਤਾਂ ਰਾਜ ਵਾਸਤੇ, ਕਹਿੰਦੇ ਸ਼ੁਰੂ ਤਾਂ ਇਵੇਂ ਹੋਇਆ ਸੀ, ਹੁਣ ਫੁਰਨਾ ਮਿਟ ਗਿਆ। ਅਤੇ ਫਿਰ ਮਹਾਰਾਜ ਕਹਿੰਦੇ ਚੱਲ ਤੈਨੂੰ ਰਾਜ ਵੀ ਦਿੱਤਾ, ਮੁਕਤੀ ਵੀ ਦਿੱਤੀ। ਇਸ ਨੂੰ ਨਿਰਗੁਣ ਜਾਂ ਹੈਤੁਕੀ ਭਗਤੀ ਜਾਂ ਅਭੇਦ ਭਾਵ ਦੀ ਭਗਤੀ ਕਹਿੰਦੇ ਹਨ। ਆਰਤ ਭੇਦ ਨਾਲ ਵੀ ਗਾਉਣੀ ਭਗਤੀ ਤਿੰਨ ਤਰ੍ਹਾਂ ਦੀ ਹੈ। ਆਰਤ ਹੁੰਦਾ ਦੁੱਖ, ਇਹ ਦੁੱਖ ਦੂਰ ਕਰਨ ਦੇ ਲਈ ਭਗਵਾਨ ਦੀ ਭਗਤੀ ਕੀਤੀ ਜਾਂਦੀ, ਮੇਰੀ ਬਿਮਾਰੀ ਹਟ ਜਾਏ, ਤੰਦਰੁਸਤੀ ਮਿਲ ਜਾਏ। ਅਰਥਾਰਥੀ ਕੋਈ ਮੁਰਾਦ ਬਰ ਜਾਂ ਵਸਤੂ ਪਾਉਣ ਵਾਸਤੇ ਉਦੇਸ਼ ਨਾਲ ਭਗਤੀ ਕੀਤੀ ਜਾਂਦੀ, ਮਾਇਆ ਮਿਲ ਜਾਏ, ਅਰਥ ਨਾਲ ਮਾਇਆ ਦਾ। ਤੀਜੀ ਹੈਗੀ ਹੈ ਜਗਿਆਸੂ। ਇਹ ਪਰਮਾਤਮਾ ਜਗਿਆਸਾ ਮੈਨੇ ਹੁੰਦੀ ਇੱਛਾ, ਪਰਮਾਤਮਾ ਦੇ ਮਿਲਣ ਦੀ ਇੱਛਾ ਨਾਲ ਭਗਤੀ ਕਰਨੀ। ਇਹ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਦੇ ਲਈ ਕੀਤੀ ਜਾਂਦੀ ਹੈ। ਗਾਉਣੀ ਜਾਂ ਅਪਰਾ ਭਗਤੀ, ਗਾਉਣੀ ਕਹਿ ਦਿਓ, ਅਪਰਾ ਕਹਿ ਦਿਓ, ਕੋਈ ਗੱਲ ਹੈ। ਵਿੱਚ ਕਰਮ ਦੀ ਜ਼ਰੂਰਤ ਹੁੰਦੀ ਹੈ, ਕੋਈ ਸੇਵਾ ਸਿਮਰਨ ਸਤਸੰਗ ਕੋਈ ਹੋਰ ਪੁੰਨ ਕਰਨਾ ਪੈਂਦਾ। ਇਹ ਭਗਤੀ ਸਧਾਰਨ ਆਮ ਲੋਕਾਂ ਲਈ ਹੈ, ਕਿਉਂਕਿ ਜਿਹੜੇ ਨਹੀਂ ਕਰਦੇ ਉਹਨਾਂ ਨਾਲੋਂ ਚੰਗੇ ਵੀ ਕਰਦੇ ਤਾਂ ਹੈਗੇ ਨਾ, ਕਈ ਕਰਦੇ ਹੀ ਨਹੀਂ ਹੈਗੇ। ਅਤੇ ਚੌਥਾ ਫਿਰ ਗਿਆਨੀ ਹੁੰਦਾ ਜਿਹੜਾ ਭੇਦ ਆ, ਅਤੇ ਇਸ ਕਰਕੇ ਉਹ ਫਿਰ ਕਰਦਿਆਂ ਕਰਦਿਆਂ ਫਿਰ ਉਹ ਆਪੇ ਹੀ ਮੁਕਤੀ ਵੱਲ ਵੀ ਤੁਰ ਪੈਂਦੇ ਹੌਲੀ ਹੌਲੀ। ਇਹ ਭਗਤੀ ਸਧਾਰਨ ਆਮ ਲੋਕਾਂ ਲਈ ਹੈ। ਉਹ ਸਿੱਧਾ ਤਾਂ ਹੁਣ ਨਹੀਂ ਕਰ ਸਕਦੇ, ਜਿਵੇਂ ਹੁਣ ਫੋਟੋ ਲੱਗੀ ਹੈ ਸ਼੍ਰੀ ਗੁਰੂ ਨਾਨਕ ਦੇਵ ਦੀ, ਬੱਚੇ ਨੂੰ ਕਹੀਏ ਵੀ ਤੂੰ ਨਿਰਗੁਣ ਦੀ ਕਰ, ਉਹ ਨਹੀਂ ਸਮਝੂਗਾ। ਸਾਹਮਣੇ ਫੋਟੋ ਹੋਊਗਾ, ਉਹ ਕਹੂਗਾ ਆਹ ਬਾਬਾ, ਉਹਦਾ ਮਨ ਫਿਰ ਉੱਧਰ ਨੂੰ ਤੁਰ ਪੈਂਦਾ ਦੇਖ ਕੇ। ਅਤੇ ਬੜੀ ਸਰਲ ਹੈ, ਇਸ ਵਿੱਚ ਭਗਤ ਸਦਾ ਭਗਵਾਨ ਦੇ ਗੁਣਾਂ ਦਾ ਸ਼ਰਵਣ ਕੀਰਤਨ ਸਿਮਰਨ ਚਰਨਾਂ ਦੀ ਸੇਵਾ ਆਦਿ ਕਰਦਾ ਹੈ। 9 ਤਰ੍ਹਾਂ ਦੀ ਹੈਗੀ ਹੈ, ਸਰਵਣ ਸਿਮਰਨ ਕੀਰਤਨ ਪਦ ਸੇਵਾ ਰਚਾਨ ਦਾਸਾ ਸਖਮਨ ਬੰਦਨ ਭਗਤ ਨਿਵੇਦਨ ਜਾਨ, ਅੱਗੇ ਦੱਸਣਗੇ। ਅਤੇ ਆਪਣੇ ਆਪ ਨੂੰ ਭਗਵਾਨ ਦਾ ਦਾਸ ਸਮਝਣਾ ਉਹਨਾਂ ਨਾਲ ਪ੍ਰੀਤ ਪਾਉਂਦਾ ਹੈ, ਅਤੇ ਅੰਤ ਵਿੱਚ ਆਪਣੇ ਆਪ ਨੂੰ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਭਗਤੀ ਨਾਲ ਭਗਤ ਦਾ ਅੰਤਸ਼ਕਰਨ ਸ਼ੁੱਧ ਅਤੇ ਨਿਰਮਲ ਹੋ ਜਾਂਦਾ ਹੈ। ਗਾਉਣੀ ਭਗਤੀ ਦੇ 9 ਅੰਗ ਹਨ, ਅਤੇ ਇਸ ਕਰਕੇ ਹੁਣ ਤਾਂ ਚੀਜ਼ਾਂ ਹੈ ਨਹੀਂ ਨਾ। ਹੁਣ ਸੰਤਾਂ ਕੋ ਆਇਆ ਦਾਤਨ ਰੋਜ਼ ਕੱਟ ਕੇ ਰੱਖਣੀ ਹੈ, ਕਸ਼ਹਿਰਾ ਪੰਨ ਤਿਆਰ ਕਰਕੇ ਰੱਖਣਾ ਹੈ, ਬੈੱਡ ਵਿਛਾਉਣਾ, ਫਿਰ ਉਹਨਾਂ ਦੀ ਸੇਵਾ ਕਰਨੀ। ਫਿਰ ਇਸੇ ਤਰ੍ਹਾਂ ਤੜਕੇ ਉਹਨਾਂ ਦੇ ਉੱਠਣ ਤੋਂ ਪਹਿਲਾਂ ਉੱਠਣਾ, ਜਲ ਤਿਆਰ ਕਰਨਾ, ਇਸ਼ਨਾਨ ਕਰਾਉਣਾ, ਫਿਰ ਕਸ਼ਹਿਰਾ ਪੰਨਾ ਸਾਫ਼ ਕਰਨਾ, ਫਿਰ ਆਸਣ ਵਿਛਾਉਣਾ, ਜਿੱਥੇ ਬਹਿ ਕੇ ਭਜਨ ਕਰਨਾ, ਧੂਪ ਜੋਤ ਤਿਆਰ ਕਰਕੇ ਰੱਖਣੀ ਹੈ। ਗਰਮੀਆਂ ਸਰਦੀਆਂ ਨਾਲ ਜਲ ਉਵੇਂ ਗਰਮ ਕਰਕੇ ਰੱਖਣਾ, ਹਾਂਜੀ। ਫਿਰ ਸਵੇਰੇ ਜਲ ਪਾਣੀ ਛਕਾ ਕੇ ਫਿਰ ਆਪ ਛਕਣਾ, ਹਾਂਜੀ। ਫਿਰ ਇਸੇ ਤਰ੍ਹਾਂ ਲੰਗਰ ਪਾਣੀ, ਹਾਂਜੀ, ਜਾਂ ਜਿਹੜੇ ਹੋਰ ਵੀ ਸੇਵਾ ਸ਼ਾਮ ਨੂੰ ਵੀ ਸਾਰਾ, ਫਿਰ ਉਹ ਭਗਤੀ ਹੁੰਦੀ ਹੈ। ਅਰਦਲ ਵਿੱਚ ਰਹਿਣ ਨਾਲ ਸਾਰੀ ਕਿਰਿਆ ਕਰਨੀ, ਫਿਰ ਸਮਝ ਵੀ ਆਉਂਦੀ ਹੈ, ਫਿਰ ਟੋਕ ਟਕਾਈ ਹੁੰਦੀ ਹੈ, ਇੱਥੇ ਤੂੰ ਗਲਤ ਕੀਤਾ। ਜੇ ਤਾਂ ਮਨ 'ਚੋਂ ਕੁੱਟਦਾ ਰਿਹਾ ਫਿਰ ਤੋਂ ਕੁੱਟ ਰਹਿਣਾ, ਅਤੇ ਜੇ ਕੱਢੀ ਜਾਊਗਾ ਫਿਰ ਨਿਕਲਣਾ, ਠੀਕ ਹੈ ਨਾ। ਜਿੰਨਾ ਚਿਰ ਅਰਦਲ 'ਚ ਨਹੀਂ
ਤੇ ਸਮਝ ਨਹੀਂ ਆਉਂਦੀ, ਪਾਸੇ ਭਾਵੇਂ ਕਿੰਨਾ ਘੁੰਮਦਾ ਰਹੇ। ਪਹਿਲਾ ਨੰਬਰ ਸ਼ਰਵਣ, ਭਗਵਾਨ ਦੇ ਨਾਮ, ਲੀਲਾਵਾਂ ਅਤੇ ਗੁਣਾਂ ਦਾ ਸਰਵਣ। ਕਹਿੰਦੇ ਹਨ, ਜਿਨ ਹਰ ਕਥਾ ਨਹੀਂ ਸੁਣੀ ਕਾਨਾ, ਸ਼ਰਵਣ ਅਰੰਦਰ। ਹਾਂਜੀ, ਅਹੀ ਭਵਨ, ਅਹੀ ਮੈਨੂੰ ਸੱਪ ਹੁੰਦਾ, ਭਵਨ ਮੈਨੂੰ ਹੁੰਦਾ ਖੁੱਡ, ਅਹੀ ਮੈਨੂੰ ਸੱਪ, ਭਵਨ ਮੈਨੂੰ ਖੁੱਡ। ਕਹਿੰਦੇ ਉਹ ਜਿਹੜੇ ਕਾਨੇ ਹਨ, ਅਹੀ ਭਵਨ ਸਮਾਨਾ, ਉਹ ਸੱਪ ਦੀ ਖੁੱਡ ਦੇ ਸਮਾਨ ਹੈ। ਕਿਉਂਕਿ ਸਾਡਾ ਸਰਵਣ ਗਲਤ ਹੋ ਗਿਆ ਨਾ, ਗਲਤ ਗੱਲਾਂ ਵੀ ਸੁਣਦੇ ਹਾਂ। ਅਤੇ ਜਿਹੜਾ ਭਗਤ ਆ ਫਿਰ ਉਹ ਪਰਮਾਤਮਾ ਦੇ ਬਿਨਾਂ ਕੋਈ ਗੱਲ ਸੁਣਦਾ ਹੀ ਨਹੀਂ ਹੈ, ਉਹਦੀ ਗੱਲੇ ਸੁਣਦਾ ਹੈ। ਚਾਹੇ ਕੀਰਤਨ ਦੁਆਰਾ, ਕਥਾ ਦੁਆਰਾ, ਪਾਠ ਦੁਆਰਾ, ਜਦੋਂ ਆਪਸ ਵਿੱਚ ਬਹਿਣਾ, ਕੋਈ ਗੱਲ ਭਜਨ ਬਣਦੀ ਕਰਨੀ, ਵਾਧੂ ਫਜ਼ੂਲ ਗੱਲਾਂ ਜਿਹੜੀਆਂ ਕਰਨੀਆਂ ਨਹੀਂ ਉਹ ਮਨ ਦੇ ਉੱਤੇ ਫਿਰ ਅਸਰ ਬਹੁਤ ਗਲਤ ਪਾਉਂਦੀਆਂ। ਦੂਜਾ ਕੀਰਤਨ, ਭਗਵਾਨ ਦੇ ਨਾਮ ਅਤੇ ਗੁਣਾਂ ਦਾ ਕੀਰਤਨ ਕਰਨਾ। ਤੀਜਾ ਸਿਮਰਨ, ਭਗਵਾਨ ਦੇ ਨਾਮ ਅਤੇ ਗੁਣਾਂ ਦਾ ਸਿਮਰਨ। ਚੌਥਾ ਪਾਦ ਸੇਵਨ, ਪਾਦ ਮੈਨੇ ਚਰਨ, ਭਗਵਾਨ ਦੇ ਚਰਨਾਂ ਦੀ ਪ੍ਰੀਤੀ, ਉਹਨਾਂ ਦੇ ਚਰਨਾਂ ਦੀ ਪੂਜਾ। ਜਿਵੇਂ ਸੀਤਾ ਜੀ ਛਿਨ ਛਿਨ 'ਚ ਪ੍ਰਭੂ ਦੇ ਚਰਨ ਦੇਖਦੇ ਸਨ, ਲਛਮਣ ਜੀ ਦੀ ਚਰਨਾਂ ਦੀ ਸੇਵਾ ਤਾਂ ਸੰਸਾਰ 'ਤੇ ਪ੍ਰਸਿੱਧ ਆ। ਹਾਂਜੀ, ਮਹਾਰਾਜ ਦੇ ਨਾਲ ਬਨਵਾਸ 'ਚ ਰਹੇ ਆ, 14 ਸਾਲ ਸੌ ਕੇ ਨਹੀਂ ਦੇਖਿਆ, ਦਿਨ ਰਾਤ ਤੀਰ ਕਮਾਨ ਫੜ ਕੇ ਪੂਰਾ ਬਾਡੀ ਗਾਰਡ ਬਣ ਕੇ ਪਹਿਰੇ 'ਤੇ ਰਹਿੰਦੇ ਸੀ। ਹਾਂਜੀ, ਇਸ ਤਰ੍ਹਾਂ ਹੁਣ ਮਹਾਰਾਜ ਦੇ ਬਾਬਾ ਉਦੈ ਸਿੰਘ, ਬਚਿੱਤਰ ਸਿੰਘ, ਆਲਮ ਸਿੰਘ ਹਰ ਵੇਲੇ ਮਹਾਰਾਜ ਦੀ ਅਰਦਲ 'ਚ ਐਨ ਤਿਆਰ ਪਰ ਤਿਆਰ ਰਹਿੰਦੇ ਸੀ। ਪੰਜਵਾਂ ਅਰਚਨ, ਆਪਣੇ ਮਨ ਦੀ ਭਾਵਨਾ ਅਨੁਸਾਰ ਕਿਸੇ ਵੀ ਮੂਰਤੀ ਦੀ ਪੂਜਾ ਕਰਨਾ ਅਰਚਨ ਹੈ। ਭਗਵਾਨ ਦਾ ਫੁੱਲ, ਗੰਧ ਆਦਿ ਨਾਲ ਅਰਚਨਾ ਹੁੰਦਾ, ਛਿੜਕਣਾ, ਕੋਈ ਸੁਗੰਧੀ ਵਾਲੀ ਚੀਜ਼ ਜਿਹੜੀ ਛਿੜਕਣੀ ਹੈ। ਛੇਵਾਂ ਬੰਧਨ, ਪ੍ਰਭੂ ਚਰਨਾਂ ਵਿੱਚ ਹਾਂਜੀ ਸਦਾ ਪ੍ਰਣਾਮ ਜਾਂ ਨਮਸਕਾਰ ਕਰਨੀ। ਹਾਂਜੀ, ਇਸ ਨਾਲ ਦਾਤਾ ਭਾਵ ਜਾਗਦਾ, ਦਾਸਾ ਭਾਵ ਜਾਗਦਾ ਹੈ। ਜੋ ਸਿਰ ਹਰੀ ਅਤੇ ਗੁਰੂ ਚਰਨਾਂ ਵਿੱਚ ਨਹੀਂ ਝੁਕਦਾ, ਉਸ ਨੂੰ ਤਿਣਕੇ ਦੀ ਤਰ੍ਹਾਂ ਕੱਟ ਦਿਓ। ਹਾਂਜੀ, ਕਿਉਂਕਿ ਸੀਸ ਨਵਾਏ ਗਿਰ ਪਰਤ, ਬਹੁ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਏ ਲਗੇ ਨਾ ਜਮ ਕੀ ਚੋਟ। ਸਿਰ ਝੁਕਾਉਣਾ, ਜਿਹੜਾ ਹੈਂਕੜ ਆ ਉਹ ਫਿਰ ਆਕੜਿਆ ਰਹਿੰਦਾ ਉਵੇਂ। ਸਤਵਾਂ ਦਾਸਾ ਭਾਵ, ਭਗਵਾਨ ਦੀ ਦਾਸ ਦੀ ਤਰ੍ਹਾਂ ਸੇਵਾ ਕਰਨਾ ਭਾਵ ਭਗਵਾਨ ਨੂੰ ਸੁਆਮੀ ਜਾਣ ਕੇ ਆਪਣੇ ਆਪ ਨੂੰ ਉਹਨਾਂ ਦੀ ਸੇਵਾ ਵਿੱਚ ਗਵਾ ਦੇਣਾ, ਆਪਣੇ ਹੋਂ ਗਵਾ ਦੇਣੇ। ਅੱਠਵਾਂ ਸਖਾ ਭਾਵ, ਭਗਵਾਨ ਨੂੰ ਸਖਾ ਮਿੱਤਰ ਸਮਝ ਕੇ ਉਸ ਨਾਲ ਪ੍ਰੇਮ ਕਰਨਾ, ਜਿਵੇਂ ਅਰਜਨ ਜੀ ਕ੍ਰਿਸ਼ਨ ਨਾਲ ਕਰਦੇ ਰਹੇ। ਆਤਮ ਨਿਵੇਦਨ, ਇਸ ਵਿੱਚ ਭਗਤ ਅਤੇ ਹਾਂਜੀ ਭਗਤ ਅੰਤ ਵਿੱਚ ਆਪਣੇ ਆਪ ਨੂੰ ਪੂਰਨ ਰੂਪ ਨਾਲ ਭਗਵਾਨ ਦੇ ਅਰਪਣ ਹਾਂਜੀ ਕਰ ਦਿੰਦਾ ਹੈ। ਇਸ ਨੂੰ ਆਤਮ ਸਮਰਪਣ ਕਹਿੰਦੇ ਹਨ। ਜਿਵੇਂ ਹਾਂਜੀ ਪੰਜਾਂ ਪਿਆਰਿਆਂ ਨੇ ਆਤਮ ਸਮਰਪਣ ਕਰ ਦਿੱਤਾ। ਹਾਂਜੀ, ਇਹ 9 ਤਰ੍ਹਾਂ ਦੀ ਭਗਤੀ ਹੇਠ ਲਿਖੇ ਅਨੁਸਾਰ 3 ਭਾਗਾਂ 'ਚ ਵੰਡੀ ਜਾ ਸਕਦੀ ਹੈ। ਨੰਬਰ 1 ਨਾਮ ਮਹਿਮਾ, ਇਸ ਵਿੱਚ ਸਰਵਣ, ਕੀਰਤਨ ਅਤੇ ਸਿਮਰਨ ਸ਼ਾਮਲ ਆ। ਦੂਜਾ ਮੂਰਤੀ ਉਪਾਸਨਾ, ਇਸ ਵਿੱਚ ਚਰਨ ਸੇਵਾ, ਸੇਵਨ ਹਾਂਜੀ ਅਰਚਨ ਅਤੇ ਬੰਧਨ ਸ਼ਾਮਲ ਆ। ਤੀਜਾ ਸ਼ਰਧਾ ਵਿਸ਼ੇਸ਼, ਇਸ ਵਿੱਚ ਦਾਸਾ ਭਾਵ, ਸਖਾ ਭਾਵ ਅਤੇ ਆਤਮ ਨਿਵੇਦਨ ਸ਼ਾਮਲ ਆ। 3 ਤੇ 9 ਹੋ ਗਿਆ। ਦੂਜਾ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਨੂੰ ਪਰਾ ਜਾਂ ਨਿਰਗੁਣ ਭਗਤੀ ਵੀ ਕਹਿੰਦੇ ਹਨ। ਇਸ ਵਿੱਚ ਭਗਤ ਪ੍ਰੀਤਮ ਦੇ ਸਰੂਪ ਨੂੰ ਪ੍ਰਾਪਤ ਕਰਕੇ ਲਗਾਤਾਰ ਭਗਵਤ ਚਿੰਤਨ ਹੀ ਕਰਦਾ ਹੈ। ਉਸਦਾ ਹਰ ਇੱਕ ਕਰਮ ਭਗਵਾਨ ਦੇ ਅਧੀਨ ਹੁੰਦਾ ਹੈ ਅਤੇ ਉਹ ਅੰਦਰ ਬਾਹਰ ਇੱਕ ਭਗਵਾਨ ਦੇ ਸਿਵਾ ਹੋਰ ਕੁਝ ਦੇਖਦਾ, ਸੁਣਦਾ ਜਾਂ ਜਾਣਦਾ ਨਹੀਂ। ਇਹ ਭਗਤੀ ਹਾਂਜੀ ਸ਼ੁੱਧ, ਅਧਿਆਤਮਕ ਅਤੇ 3 ਗੁਣਾਂ ਤੋਂ ਉੱਪਰ ਹੁੰਦੀ ਹੈ। ਇਹ ਅਭੇਦ ਭਾਵ ਦੀ ਭਗਤੀ ਹੈ। ਇਸ ਵਿੱਚ ਸਿਰਫ ਭਗਵਾਨ ਹੀ ਇੱਕ ਮਾਤਰ ਕੰਮ ਵਸਤੂ ਰਹਿ ਜਾਂਦੇ ਹਨ। ਹਾਂਜੀ, ਇੱਕੋ ਇੱਕ ਉਹਨਾਂ ਦਾ ਜਿਹੜਾ ਕਾਮਨਾ ਆ
ਉਹ ਭਗਵਾਨ ਦੀ ਰਹਿ ਜਾਂਦੀ, ਦੂਜੀ ਤਾਂ ਰਹਿੰਦੀ ਨਹੀਂ। ਬੁੱਲੇ ਸ਼ਾਹ ਕਹਿੰਦੇ ਹਨ, ਮੈਂ ਜਿਤ ਵੱਲ ਦੇਖਾਂ ਮੈਨੂੰ ਦਿਸਦਾ ਉਹੀ, ਹਾਂਜੀ, ਕਸਮ ਉਸੇ ਦੀ ਹੋਰ ਨਾ ਕੋਈ। ਭਗਵਾਨ ਅਤੇ ਪ੍ਰੇਮ ਵਿੱਚ ਫਰਕ ਨਹੀਂ ਹੈ, ਇਹ ਖਾਣ ਦੀ ਚੀਜ਼ ਹੈ, ਵਰਣਨ ਕਰਨ ਦੀ ਚੀਜ਼ ਨਹੀਂ। ਪ੍ਰੇਮ ਗੁੰਗੇ ਲਈ ਗੁੜ ਦੇ ਸਵਾਦ ਦੀ ਤਰ੍ਹਾਂ ਹੈ, ਸਵਾਦ ਤਾਂ ਪਾਉਂਦਾ ਆ, ਦੱਸ ਨਹੀਂ ਸਕਦਾ। ਜਿਸ ਤਰ੍ਹਾਂ ਗੁੰਗਾ ਗੁੜ ਖਾ ਕੇ ਖੁਸ਼ ਹੁੰਦਾ ਹੈ ਅਤੇ ਹੱਸਦਾ ਹੈ, ਪਰ ਉਸ ਸਵਾਦ ਨੂੰ ਵਰਣਨ ਨਹੀਂ ਕਰ ਸਕਦਾ, ਠੀਕ ਉਸੇ ਤਰ੍ਹਾਂ ਪ੍ਰੇਮ ਰਸ ਅਨੁਭਵ ਦੀ ਚੀਜ਼ ਹੈ, ਕਿਸੇ ਕੋਲੇ ਵਰਣਨ ਨਹੀਂ ਹੋ ਸਕਦਾ। ਇਹ ਪ੍ਰੇਮ ਪਲ ਪਲ ਵਧਣ ਵਾਲਾ ਅਤੇ ਲਗਾਤਾਰ ਹੈ। ਇਸ ਨਦੀ ਵਿੱਚ ਚੜ੍ਹਾਅ ਹੈ, ਉਤਰਾਅ ਨਹੀਂ ਹੈ। ਇਹ ਉਹ ਸਦਾ ਵਧਣ ਵਾਲਾ ਚੰਦ ਹੈ ਜਿਸ ਦੀ ਪੂਰਨਮਾਸ਼ੀ ਨਹੀਂ। ਦੂਏ ਚੰਦ ਤਾਂ ਘਟਦੇ ਵੱਧਦੇ ਰਹਿੰਦੇ ਨੇ, ਪਰ ਇਹ ਜਿਹੜਾ ਚੰਦ ਹੈ ਇਹ ਰਸ ਰਹਿੰਦਾ ਹੈ। ਇਹ ਉਹ ਤਾਰ ਹੈ ਜੋ ਬਿਨਾਂ ਗੰਢ 'ਤੇ ਹੈ ਅਤੇ ਟੁੱਟਣ ਵਾਲੀ ਨਹੀਂ। ਦੂਜੀ ਤਾਰ ਨੂੰ ਮਰੋੜੀ ਜੇ ਪੈ ਕੇ ਟੁੱਟ ਜਾਂਦੀ ਨਾ, ਇਹ ਸੂਖਮ ਤਾਰ ਹੈ, ਕਿਉਂਕਿ ਅਨੁਭਵ ਦੀ ਚੀਜ਼ ਹੈ, ਖਿਆਲ ਵਿੱਚ ਆਉਣ ਵਾਲੀ ਚੀਜ਼ ਨਹੀਂ। ਇਸ ਲਈ ਕਹਿੰਦੇ ਹਨ, ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ, ਬਾਣੀ 'ਚ ਵੀ ਦੱਸਿਆ ਹੈ। ਛੰਦੋਗ ਉਪਨਿਸ਼ਦ ਇਸ ਅਵਸਥਾ ਨੂੰ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਇਸ ਉਚਾਈ 'ਤੇ ਪ੍ਰੇਮ ਅਤੇ ਗਿਆਨ ਇੱਕ ਹੀ ਗੱਲ ਹੈ। ਇਹ ਅਵਸਥਾ ਵਿੱਚ ਉਸ ਦੀਆਂ ਨਜ਼ਰਾਂ ਵਿੱਚ ਤਾਂ ਭਗਵਾਨ ਦੇ ਸਿਵਾ ਹੋਰ ਕੁਝ ਹੈ ਹੀ ਨਹੀਂ। ਇਹੀ ਪਰਮ ਅਵਸਥਾ ਹੈ। ਇਹ ਭਗਤੀ ਮੈਂ ਤੂੰ ਤੋਂ ਸ਼ੁਰੂ ਹੋ ਕੇ ਤੂੰ 'ਤੇ ਸਮਾਪਤ ਹੋ ਜਾਂਦੀ ਹੈ। ਮੈਂ ਤੂੰ ਵਾਲਾ ਭਾਵ ਹੀ ਨਹੀਂ ਰਹਿ ਜਾਂਦਾ। ਇੱਕ ਵਾਰ ਮਜਨੂੰ ਬਿਮਾਰ ਹੋ ਗਿਆ। ਵੈਦ ਨੇ ਕਿਹਾ ਕਿ ਤੁਹਾਨੂੰ ਨਸਤਰ ਲਗਾਵਾਂਗੇ। ਮਜਨੂੰ ਨੇ ਕਿਹਾ ਕਿ ਠਹਿਰੋ, ਅਜਿਹਾ ਨਾ ਕਰੋ। ਵੈਦ ਨੇ ਕਿਹਾ ਕਿ ਜੰਗਲ ਵਿੱਚ ਤਾਂ ਲੈਲਾਂ ਲੈਲਾਂ ਕਰਦਾ ਫਿਰਦਾ ਹੈ ਅਤੇ ਸ਼ੇਰਾਂ ਤੋਂ ਵੀ ਨਹੀਂ ਡਰਦਾ, ਨਸਤਰ ਤੋਂ ਕਿਉਂ ਡਰਦਾ ਹੈ? ਮਜਨੂੰ ਨੇ ਕਿਹਾ ਕਿ ਮੈਂ ਨਸਤਰ ਤੋਂ ਨਹੀਂ ਡਰਦਾ, ਮੇਰੇ ਦਿਲ ਦੇ, ਮੇਰੇ ਖਿਆਲ ਦੇ ਵਿੱਚ, ਮੇਰੇ ਖੂਨ ਦੀ ਇੱਕ ਇੱਕ ਬੂੰਦ ਵਿੱਚ ਲੈਲਾਂ ਰਹਿੰਦੀ ਹੈ। ਜੇਕਰ ਉਸ ਨੂੰ ਇਹ ਨਸਤਰ ਲੱਗ ਗਿਆ ਤਾਂ ਮੈਂ ਕੀ ਕਰੂੰਗਾ? ਇਸ ਲਈ ਰਹਿਣ ਦਿਓ ਤਕਲੀਫ ਨੂੰ। ਮੈਨੂੰ ਮਰਨਾ ਮਨਜ਼ੂਰ ਹੈ, ਪਰ ਲੈਲਾਂ ਨੂੰ ਜ਼ਖਮੀ ਕਰਨਾ ਮਨਜ਼ੂਰ ਨਹੀਂ, ਕਿਉਂਕਿ ਉਹ ਸਮਝਦਾ ਹੁਣ ਭਗਵਾਨ ਮੇਰੇ ਖੂਨ ਖੂਨ 'ਚ ਆ, ਅਤੇ ਜਿਹੜੇ ਨਸਤਰ ਮਾਰੋਗੇ ਫਿਰ ਜਿੱਥੇ ਮੇਰਾ ਪਿਆਰ ਹੈ ਉੱਥੇ ਵੱਜੂਗੀ। ਹਾਂਜੀ, ਪਰਾ ਭਗਤੀ ਵਿੱਚ ਵੀ ਭਗਤ ਦੀ ਇਹੀ ਅਵਸਥਾ ਹੁੰਦੀ ਹੈ। ਭਗਤ ਨਾਮਦੇਵ ਸੀ ਨਾ, ਉਹ ਛਣ ਲਈ ਸਵੇਰੇ ਸਵੇਰੇ ਸਰਕੜਾ ਵੱਢਣ ਗਏ, ਤੇਲ ਪਈ ਸੀ ਜਿਹੜੇ ਦਾਤੀ ਮਰੀ ਧੁੱਪ ਕੇ ਡਿੱਗੇ, ਕਹਿੰਦੇ ਇਹਨੂੰ ਦੁੱਖ ਲੱਗਾ, ਉਹਨੇ ਆਪਣੇ ਦਾਤੀ ਮਾਰ ਲਈ ਸੀ। ਇਸ ਦਾ ਪ੍ਰੇਮ ਸੁਭਾਵਿਕ ਹੁੰਦਾ ਹੈ। ਇਸ ਦਾ ਅਧਿਕਾਰੀ ਸਧਾਰਨ ਮਨੁੱਖ ਨਾ ਹੋ ਕੇ ਕੇਵਲ ਗਿਆਨੀ ਹੀ ਇਸ ਦਾ ਅਧਿਕਾਰੀ ਹੁੰਦਾ। ਅੱਖਰਾਂ ਦਾ ਗਿਆਨੀ ਨਹੀਂ, ਪਰਮਾਤਮਾ ਦਾ ਗਿਆਨੀ। ਇਸ ਲਈ ਪਰਾ ਭਗਤੀ ਗਿਆਨ ਪ੍ਰਧਾਨ ਹੈ, ਉਹ ਪਰਾ ਭਗਤੀ ਕਰਮ ਪ੍ਰਧਾਨ ਹੈ। ਜਿਹੜੀ ਗੌਣੀ ਭਗਤੀ ਹੈ ਉਹ 'ਚ ਕਰਮ ਕੋਈ ਨਾ ਕੋਈ ਕਰਨਾ ਹੀ ਪਊਗਾ, ਬਿਨਾਂ ਕਰਮ ਦੇ ਕਿਵੇਂ ਹੋ? ਅਤੇ ਜੇ ਪਹਿਲਾਂ ਹੀ ਛੱਡ ਕੇ ਬਹਿ ਜਾਏ, ਮਹਾਰਾਜ ਕਹਿੰਦੇ ਹਰਖਵਾਲ ਕਹਿੰਦੇ ਹੁਣ ਸਾਨੂੰ ਤਾਂ ਲੋੜ ਨਹੀਂ, ਤਾਂ ਕਰਦੇ ਹਾਂ ਕਿ ਜੇ ਅਸੀਂ ਛੱਡ ਤੁਸੀਂ ਪਹਿਲਾਂ ਹੀ ਛੱਡ ਕੇ ਬਹਿ ਜਾਣਾ, ਅਵਸਥਾ ਹੈ ਨਹੀਂ। ਇਸੇ ਤਰ੍ਹਾਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਇਸ਼ਨਾਨ ਸਾਰੀ ਕਿਰਿਆ ਹੋਰ ਕਿਰਿਆਵਾਂ ਕਰਦੇ ਹਾਂ, ਹਾਂਜੀ, ਫਿਰ ਸਾਨੂੰ ਦੇਖ ਕੇ ਤੁਸੀਂ ਕਰਦੇ ਰਹੋ ਕਿ ਅਸੀਂ ਤਾਂ ਹੁਣ ਨਿਕਲ ਗਏ ਇਹਨਾਂ ਗੱਲਾਂ ਤੋਂ, ਪਰ ਕਰਦੇ ਹਾਂ। ਨਾ ਕਰਾਂਗੇ, ਉਹ ਜਿਹੜੇ ਚੇਲੇ ਚਾੜੇ ਪਹਿਲਾਂ ਹੀ ਛੱਡ ਕੇ ਬਹਿਣਗੇ, ਉਹਨਾਂ ਦੀ ਅਵਸਥਾ ਖਰਾਬ ਹੋ ਜਾਊਗੀ। ਅਪਰਾ ਭਗਤੀ ਪਰਾ ਭਗਤੀ ਤੱਕ ਪਹੁੰਚਣ ਲਈ ਪੌੜੀ ਦਾ ਕੰਮ ਦਿੰਦੀ ਹੈ। ਕਹਿੰਦੇ ਹਨ, ਭਗਤੀ ਹੀਨ ਸੁਖ ਕੈਸੇ, ਹਾਂਜੀ, ਲਵਣ ਬਿਨ ਬਰ ਵਿਅੰਜਨ ਭੋਜਨ ਜੈਸੇ। ਹੁਣ ਲੂਣ ਨਾ ਪਾਓ, ਭਾਵੇਂ ਘਿਓ ਕੁ ਨਾ ਪਾ ਲਓ, ਸਵਾਦ ਲੱਗਦਾ ਲੂਣ ਨਾਲ ਹੀ ਹੈ ਨਾ। ਇਹਨੂੰ ਇਸ ਕਰਕੇ ਨਿਹੰਗ ਸਿੰਘ ਸਰਬਰਸ ਕਹਿੰਦੇ, ਲੂਣ ਨੂੰ ਸਰਬਰਸ, ਇਹ ਸਾਰੇ ਰਸਾਂ ਨੂੰ ਪੈਦਾ ਕਰਦਾ ਹੈ।
ਪੰਜ ਤਰ੍ਹਾਂ ਦੀ ਉਪਾਸਨਾ ਦਾ ਭਾਵ। ਭਗਵਾਨ ਦੀ ਅਸੀਂ ਪੰਜ ਤਰ੍ਹਾਂ ਨਾਲ ਉਪਾਸਨਾ ਕਰ ਸਕਦੇ ਹਾਂ। ਨੰਬਰ 1, ਸ਼ਾਂਤ ਭਾਵ। ਰਿਸ਼ੀ ਮੁਨੀ ਲੋਕ ਚਿੱਤ ਸਥਿਰ ਕਰਕੇ ਭਗਵਾਨ ਦਾ ਚਿੰਤਨ ਕਰਦੇ ਹਨ। ਇਸ ਨੂੰ ਸ਼ਾਂਤ ਭਾਵ ਦੀ ਉਪਾਸਨਾ ਕਹਿੰਦੇ ਹਨ। ਸੰਨਿਆਸੀ ਭਗਤਾਂ ਵਿੱਚ ਸ਼ਾਂਤ ਭਾਵ ਹੁੰਦਾ ਹੈ। ਅਜਿਹੇ ਭਗਤ ਰੇ ਜਾਂ ਨੱਚ ਨਹੀਂ ਸਕਦੇ। ਉਹ ਜਿਹੜੇ ਭਗਤ ਹਨ ਉਹ ਤਾਂ ਫਿਰ ਉਸ ਆਨੰਦ ਸਰੂਪ 'ਚ ਲੀਨ ਹੋ ਜਾਂਦੇ ਆ। ਦੂਜਾ, ਦਾਸਾ ਭਾਵ। ਭਗਵਾਨ ਨੂੰ ਸੁਆਮੀ ਅਤੇ ਆਪਣੇ ਆਪ ਨੂੰ ਉਹਨਾਂ ਦਾ ਦਾਸ ਮੰਨ ਕੇ ਸਾਧਕ ਜੇ ਉਪਾਸਨਾ ਕਰਦਾ ਹੈ, ਇਹ ਦਾਸਾ ਭਾਵ ਦੀ ਉਪਾਸਨਾ ਹੈ। ਤੀਜਾ, ਸਖਾ ਭਾਵ। ਭਗਵਾਨ ਨੂੰ ਸਖਾ ਮਿੱਤਰਤਾ ਦੇ ਰੂਪ ਵਿੱਚ ਚਿੰਤਨ ਕਰਨ ਨਾਲ ਸਖਾ ਭਾਵ ਦੀ ਉਪਾਸਨਾ ਹੁੰਦੀ ਹੈ। ਇਸ ਵਿੱਚ ਉਪਾਸਕ ਅਤੇ ਉਪਾਸ ਵਿੱਚ ਸਮਾਨਤਾ ਹੁੰਦੀ ਹੈ। ਇਸ ਵਿੱਚ ਏਕਤਾ ਅਨੁਭਵ ਕਰਨ ਵਿੱਚ ਮਦਦ ਮਿਲਦੀ ਹੈ। ਉਦੋਂ ਭਗਤ ਕਹਿੰਦਾ ਹੈ ਗੋਪਾਲੋ ਅਹੰ, ਵੀ ਮੈਂ ਉਹਦਾ ਸਰੂਪ ਹਾਂ। ਚੌਥਾ, ਬਤਸਲ ਭਾਵ। ਈਸ਼ਵਰ ਨੂੰ ਪੁੱਤਰ ਦੇ ਰੂਪ ਵਿੱਚ ਚਿੰਤਨ ਕਰਨ ਨਾਲ ਬਤਸਲ ਭਾਵ ਦੀ ਉਪਾਸਨਾ ਹੁੰਦੀ। ਜਿਵੇਂ ਯਸ਼ੋਦਾ ਕ੍ਰਿਸ਼ਨ ਨੂੰ ਪੁੱਤ ਭਾਵਨਾ ਕਰਦੀ ਰਹੀ ਹੈ। ਮਾਤਾ ਤ੍ਰਿਪਤਾ ਗੁਰੂ ਨਾਨਕ ਸਾਹਿਬ ਜੀ ਨੂੰ ਅਤੇ ਮਾਤਾ ਗੁਜਰੀ ਜੀ ਦਸਮ ਪਾਤਸ਼ਾਹ ਨੂੰ। ਹੁਣ ਮਾਤਾ ਜੀਵਾ ਸ਼ਾਹ ਜੀ ਸੀਗੇ, ਉਹ ਬਾਬਾ ਜਵਾਲਾ ਸਿੰਘ ਜਾਂਦੇ ਸੀ ਅਤੇ ਉਹਨਾਂ ਨੂੰ ਉਹ ਪੁੱਤਰ ਭਾਵਨਾ ਨੂੰ ਪ੍ਰੇਮ ਕਰਦੇ ਸੀ ਵੀ ਮੇਰਾ ਆਨੰਦ ਲਾ ਲਿਆ। ਪੰਜਵਾਂ, ਮਦਰ ਜਾਂ ਕੰਤ ਭਾਵ। ਈਸ਼ਵਰ ਨੂੰ ਪਤੀ ਦੇ ਰੂਪ ਵਿੱਚ ਚਿੰਤਨ ਕਰਨ ਨਾਲ ਕੰਤ ਭਾਵ ਦੀ ਉਪਾਸਨਾ ਹੁੰਦੀ ਹੈ। ਇਹ ਸਭ ਦੇ ਕਹਿਣ ਦਾ ਭਾਵ ਇਹ ਹੈ ਕਿ ਭਗਵਾਨ ਨਾਲ ਇਸ ਤਰ੍ਹਾਂ ਪ੍ਰੇਮ ਕਰੋ ਜਿਵੇਂ ਮਿੱਤਰ ਨਾਲ। ਜਿਵੇਂ ਹੁਣ ਮਾਤਾ ਸਾਵ ਕੌਰ ਸੀ, ਉਹ ਮਹਾਰਾਜ ਨੂੰ ਪਤੀ ਭਾਵਨਾ, ਅਤੇ ਉਵੇਂ ਦੇਖ ਲਓ ਬ੍ਰਹਮਚਾਰੀ ਵਿੱਚ ਹੀ ਰਹੇ ਆ। ਖਾਲਸੇ ਦੀ ਮਾਤਾ ਬ੍ਰਹਮਚਾਰੀ। ਸੁਆਮੀ ਭਗਤ ਨੌਕਰ ਆਪਣੇ ਸੁਆਮੀ ਨਾਲ, ਮਾਤਾ ਆਪਣੇ ਪੁੱਤਰ ਨਾਲ, ਅਤੇ ਪਤੀਵਰਤਾ ਇਸਤਰੀ ਆਪਣੇ ਪਤੀ ਨਾਲ ਕਰਦੀ ਹੈ। ਇਸਤਰੀ ਜਾਤੀ ਅਤੇ ਭਗਤੀ। ਜਿਸ ਤਰ੍ਹਾਂ ਦਾ ਕੋਮਲ ਅਤੇ ਸਾਫ਼ ਦਿਲ ਭਗਤੀ ਦੇ ਲਈ ਚਾਹੀਦਾ ਹੈ, ਅਜਿਹਾ ਇਸਤਰੀਆਂ ਨੂੰ ਵਿਸ਼ੇਸ਼ ਰੂਪ ਨਾਲ ਮਿਲਿਆ ਹੋਇਆ ਹੈ। ਮਹਾਂਪੁਰ ਕਹਿੰਦੇ ਹਨ ਕਿ ਜੇਕਰ ਇਸਤਰੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਸਤਰੀ ਬਣ ਜਾਓ। ਇਸਤਰੀ ਦਿਲ ਵਿੱਚ ਭਗਤੀ ਦਾ ਫੁੱਲ ਬਹੁਤ ਜਲਦੀ ਖਿੜਦਾ ਹੈ ਅਤੇ ਵੱਧਦਾ ਹੈ। ਇਸਤਰੀ ਵਿੱਚ ਸੇਵਾ ਅੰਸ਼ ਬਹੁਤ ਹੈ। ਇਸ ਵਿੱਚ ਸ਼ਰਧਾ ਅਤੇ ਵਿਸ਼ਵਾਸ ਵੀ ਵੱਧ ਹੈ। ਇਸ ਦੀ ਜ਼ੁਬਾਨ ਵੀ ਮਿਠਾਸ ਵੀ ਬਹੁਤ ਹੁੰਦੀ ਹੈ। ਇਹ ਸਭ ਗੁਣ ਅਜਿਹੇ ਹਨ ਜਿਨ੍ਹਾਂ ਵਿੱਚ ਭਗਤੀ ਦਾ ਬੂਟਾ ਖੂਬ ਫਲਦਾ ਹੈ। ਮਹਾਤਮਾ ਜੀ ਦਾ ਕਹਿਣਾ ਹੈ ਕਿ ਮਨੁੱਖਾਂ ਨੂੰ ਯੋਗ ਨਾਲ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਇਸਤਰੀਆਂ ਨੂੰ ਆਪਣੇ ਪਤੀਵਰਤਾ ਧਰਮ ਨਾਲ। ਨਵਦਾ ਭਗਤੀ। ਭਗਵਾਨ ਰਾਮ ਸ਼ਿਵਰੀ ਨੂੰ ਨਵਦਾ ਭਗਤੀ ਇਸ ਤਰ੍ਹਾਂ ਦੱਸਦੇ ਹਨ। ਪ੍ਰਥਮ ਭਗਤੀ ਸੰਤਨ ਕਰ ਸੇਵਾ ਸੰਗਾ। ਪਹਿਲੀ ਭਗਤੀ ਕੀ ਹੈ? ਸੰਤਾਂ ਦੀ ਸੰਗਤ ਕਰਨੀ। ਦੂਸਰੀ ਰਤ ਮਮ ਕਥਾ ਪ੍ਰਣ। ਦੂਜੀ ਹੈ ਮੇਰੀ ਕਥਾ ਦੇ ਪ੍ਰਸੰਗਾਂ ਨਾਲ ਰਤੀ ਮੈਨੇ ਪ੍ਰੇਮ ਕਰਨਾ। ਤੀਜਾ ਗੁਰਪਦ ਪੰਕਜ ਸੇਵਾ। ਗੁਰੂ ਦੇ ਚਰਨਾਂ ਦੀ ਸੇਵਾ। ਤੀਸਰੀ ਭਗਤੀ ਹੈ ਅਮਾਨ ਮਾਨ ਰਹਿਤ ਹੋ ਕੇ। ਚੌਥੀ ਮਮ ਗੁਣ। ਗੱਲ ਕਰੇ ਕਪਟ ਤਜ ਗਾਨ। ਮੇਰੇ ਗੁਣ ਜਿਹੜੇ ਹਨ ਕਪਟ ਤਿਆਗ ਕੇ ਗਾਉਣਾ ਕਰੇ। ਮੰਤਰ ਜਾਪਣਾ ਦ੍ਰਿੜ ਵਿਸ਼ਵਾਸ। ਮੰਤਰ ਜਪਣਾ ਤੇ ਦ੍ਰਿੜ ਪੱਕਾ ਵਿਸ਼ਵਾਸ ਕਰਨਾ। ਇਹ ਨਹੀਂ ਕਦੀ ਸ਼ਰਧਾ ਵੱਜ ਗਈ ਕਦੀ ਨਾ ਵੱਜ ਗਈ। ਪੰਚਮ ਭਜਨ ਸੋ ਵੇਦ ਪ੍ਰਕਾਸ਼। ਪੰਜਵਾਂ ਭਜਨ ਕਰਨਾ ਵੇਦ ਗਿਆਨ ਦਾ ਪ੍ਰਕਾਸ਼। ਗੁਰੂ ਦੇ ਮੰਤਰ ਦਾ ਜਾਪ ਕਰਨਾ ਅਤੇ ਮੇਰੇ ਅਤੇ ਗੁਰੂ 'ਤੇ ਦ੍ਰਿੜ ਵਿਸ਼ਵਾਸ ਕਰਨਾ ਪੰਜਵੀਂ ਭਗਤੀ ਹੈ ਜੋ ਵੇਦਾਂ ਵਿੱਚ ਪ੍ਰਕਾਸ਼ਾ ਪ੍ਰਗਟ ਕਰਕੇ ਦੱਸੀ ਗਈ ਹੈ। ਛਟੀ ਦਮ ਸ਼ੀਲ ਬਿਰਤ ਬੈਰਾਗ ਬਹੁ ਕਰਮ। ਛੇਵੀਂ ਹੈ ਦਮ ਇੰਦਰੀਆਂ ਦਾ ਦਮਨ। ਸੀਲ ਸੁਭਾਵ ਹੋਣਾ ਅਤੇ ਬਿਰਤੀ 'ਚ ਬਰਾਗ ਹੋਣਾ।
ਬਹੁਤ ਤਰ੍ਹਾਂ ਦੇ ਸ਼ੁਭ ਕਰਮ, ਨਿਰਤ ਨਿਰੰਤਰ ਸੱਜਣ ਧਰਮ। ਫਿਰ ਉਹਦੇ ਪਿਆਰ ਦੇ ਵਿੱਚ ਦੌੜ ਦੌੜ ਕੇ ਸੇਵਾ ਕਰਨੀ, ਨਿਰੰਤਰ ਇੱਕ ਰਸ। ਹਾਂਜੀ, ਅਤੇ ਸੱਜਣ ਮਿੱਤਰਾਂ ਵਾਲਾ ਧਰਮ ਧਾਰਨਾ, ਇੰਦਰੀਆਂ ਦਾ ਦਮਨ ਕਰਨਾ, ਸੀਲ, ਚੰਗਾ ਸੁਭਾਅ ਜਾਂ ਚੰਗਾ ਚਾਲ ਚੱਲਣ ਹੋਣਾ, ਬਹੁਤ ਕਾਰਜਾਂ ਤੋਂ ਬਰਾਗ ਹੋ ਜਾਣਾ। ਹਾਂਜੀ, ਐਵੇਂ ਨਹੀਂ ਫੁਟਕਲ ਧੰਦਿਆਂ 'ਚ ਫਸੇ ਰਹਿਣਾ। ਬਰਾਗ ਅਤੇ ਨਿਰੰਤਰ ਇੱਕ ਰਸ ਸੰਤ ਮਹਾਂਪੁਰਸ਼ਾਂ ਦੇ ਹੁਕਮ ਵਿੱਚ ਲੱਗੇ ਰਹਿਣਾ, ਛੇਵੀਂ ਭਗਤੀ ਹੈ। ਹਾਂਜੀ, ਅਤੇ ਸਤਵਮ ਸੰਭਾਵ ਨਾਲ ਸੱਤਵੀਂ ਮੋਹੀ ਮਦ ਜਗ ਦੇਖਾ। ਫਿਰ ਉਹ ਕਹਿੰਦੇ ਸਾਰੇ ਸੰਸਾਰ 'ਚ ਮੈਨੂੰ ਹੀ ਦੇਖਣਾ, ਔਰ ਮੋਤੇ ਸੰਤ ਆਦਿਕ ਕਰ ਰੇਖ। ਮੇਰੇ ਤੋਂ ਸੰਤਾਂ ਨੂੰ ਵੱਡੇ ਸਮਝਣਾ, ਕਿਉਂਕਿ ਰੱਬ ਨੇ ਤਾਂ ਮਾਇਆ ਪਾ ਕੇ ਛੁਪਾਇਆ ਨਾ। ਸੰਤ ਫਿਰ ਮਾਇਆ ਦੂਰ ਕਰਕੇ ਰੱਬ ਨੂੰ ਦਿਖਾ ਦਿੰਦੇ ਆ। ਠੀਕ ਹੈ ਕਿ ਨਹੀਂ? ਹੁਣ ਕਿਤਾਬਾਂ 'ਚ ਗਿਆਨ ਤਾਂ ਬੜਾ ਦਿੱਤਾ, ਅਤੇ ਗ੍ਰੰਥ ਜਿੰਨੇ ਲਿਖੇ ਵੀ ਸੰਤਾਂ ਨੇ ਹੁੰਦੇ ਆ, ਅਤੇ ਸੰਤਾਂ ਦੁਆਰਾ ਸਮਝ ਆਉਂਦੀ ਹੈ। ਹੁਣ ਸਮੁੰਦਰ ਦਾ ਪਾਣੀ ਪੀਓ ਅਤੇ ਟੱਟੀਆਂ ਲੱਗ ਜਾਣਗੀਆਂ, ਖਾਰਾ ਪੀਵ ਨਹੀਂ ਹੁੰਦਾ, ਜ਼ਖਮ ਹੋ ਜਾਣਗੇ। ਅਤੇ ਜਿੱਲੇ ਉਹ ਹੀ ਸੂਰਜ ਦੇ ਤੇਜ ਨਾਲ ਭਾਫ ਬਣ ਕੇ ਬੱਦਲ ਬਣਦਾ, ਫਿਰ ਮਿੱਠਾ ਹੋ ਜਾਂਦਾ। ਸੰਤ ਜਿਹੜੇ ਆ ਉਹ ਬਦਲਦੀ ਨਹੀਂ ਆਈ। ਆਪਣੇ ਉਹ ਗ੍ਰੰਥ ਪੜ੍ਹੋ ਅਤੇ ਉਹ ਖਾ ਰਿਹਾ, ਸ਼ੰਕੇ ਨਹੀਂ ਜਾਂਦੇ, ਉਹਨਾਂ ਦੁਆਰਾ ਨਿਕਲਦੇ ਆ, ਉਸਤਾਦ ਦੁਆਰਾ, ਗੁਰੂ ਦੁਆਰਾ। ਆਠਵ ਜਥਾ ਲਾਭ ਸੰਤੋਖ। ਅੱਠਵਾਂ ਜਿੰਨੀ ਚੀਜ਼ ਮਿਲ ਜਾਏ ਸੰਤੋਖ ਕਰ ਲੈਣਾ, ਲਾਭ ਹਾਨੀ ਵਿੱਚ ਸੰਭਾਵ ਰਹੇ। ਫਿਰ ਸਰਵ ਨੇਹੋ ਨੇ ਦੇਖੇ ਹੀ ਪਰ ਦੋਸ਼ਾ। ਫਿਰ ਅੱਗੇ ਦੱਸਦੇ ਨੌਵੀਂ ਹੈ ਸਰਲ। ਹਾਂਜੀ, ਅਤੇ ਸਭ ਸਨ ਸਲਹੀਨ ਮਮ ਭਰੋਸਾ ਹੀਏ ਹਰਸ਼ ਨਾ ਦੀਨਾ। ਭਾਵ ਸਭ ਤੋਂ ਛਲ ਰਹਿਤ। ਹਾਂਜੀ, ਸਿੱਧਾ ਪੱਧਰਾ ਵਿਵਹਾਰ ਕਰਨਾ, ਕਪਟ ਨਹੀਂ ਕਰਨਾ, ਅਤੇ ਮੇਰਾ ਭਰੋਸਾ ਰੱਖ ਕੇ ਮਨ 'ਚ ਹਰਖ ਸੋਗ ਨਾ ਲਿਆਉਣਾ ਹੀ ਨੌਵੀਂ ਭਗਤੀ ਹੈ। ਹਾਂਜੀ, ਨਵਮ ਸਰਲ ਸਭ ਸਨ ਸਲ ਹੀਨ ਕਹਿੰਦੇ ਨੌਵੀਂ ਹੈ ਸਾਰਿਆਂ ਨਾਲ। ਹਾਂਜੀ, ਛਲ ਤੋਂ ਰਹਿਤ ਹੋਣਾ। ਹਾਂਜੀ, ਅਤੇ ਸਾਰਿਆਂ ਦੇ ਨਾਲ ਕਿਸੇ ਨਾਲ ਛਲ ਨਹੀਂ ਕਰਨਾ। ਹਾਂਜੀ, ਇੱਥੇ ਛਲ ਚਾਹੀਦਾ, ਛਲਹੀਨ ਹੋਣਾ। ਹਾਂਜੀ, ਛਲ ਨਹੀਂ, ਛਲਹੀਨ ਸੋਧਿਆ, ਛਲ ਤੋਂ ਰਹਿਤ ਹੋਣਾ। ਮਮ ਭਰੋਸਾ ਹੀਏ। ਹਾਂਜੀ, ਅਤੇ ਮੇਰੇ 'ਤੇ ਭਰੋਸਾ ਰੱਖਣਾ, ਹਿਰਦੇ ਖੁਸ਼ੀ ਨਾ ਦੀਨਾ। ਭਾਵ ਸਭ ਤੋਂ ਛਲ ਰਹਿਤ, ਸਿੱਧਾ ਵਿਹਾਰ, ਅਤੇ ਮੇਰਾ ਭਰੋਸਾ ਰੱਖ ਕੇ ਮਨ 'ਚ ਹਰਖ ਸੋਗ ਨਾ ਲਿਆਉਣਾ। ਇਹੀ ਨੌਵੀਂ ਭਗਤੀ ਹੈ। ਹਾਂਜੀ, ਭਗਤੀ ਦਾ ਫਲ ਜਾਂ ਭਗਤੀ ਦੀ ਸਰਬ ਸ੍ਰੇਸ਼ਟਤਾ। ਜਦੋਂ ਭਗਵਾਨ ਦਾ ਨਾਮ ਸ਼ਰਧਾ ਅਤੇ ਪ੍ਰੇਮ ਨਾਲ ਲਿਆ ਜਾਵੇ ਤਾਂ ਉਹ ਜਲਦੀ ਦਰਸ਼ਨ ਦਿੰਦੇ ਆ। ਇਸ ਲਈ ਨਾਰਦ ਜਾਂ ਭਗਤੀ ਦਾ ਨਾਦ ਵਜਾਉਂਦੇ ਹਨ। ਹਾਂਜੀ, ਨਾਰਦ ਜੀ ਨੇ ਭਗਤੀ ਦਾ ਨਾਦ ਵਜਾਉਂਦੇ ਆ। ਹਾਂਜੀ, ਉਹਨਾਂ ਮਾਇਆ ਪਦਾਰਥ ਰਾਡੂ ਹੈ, ਸਿੰਗਰ ਆ। ਹਾਂਜੀ, ਉਹ ਵੀ ਸਾਜ਼ ਤਾਂ ਬਥੇਰੇ ਵਜਾਉਂਦੇ ਆ। ਹਾਂਜੀ, ਪੁੱਠੇ ਸਿੱਧੇ ਗੀਤ ਗਾਉਂਦੇ, ਮਾਇਆ ਵੀ ਲੋਕ ਬਹੁਤ ਦਿੰਦੇ ਆ, ਪਰ ਉਹ ਪਰਮੇਸ਼ਰ ਦੀ ਭਗਤੀ ਲਈ ਨਹੀਂ ਨਾ ਕਰਦੇ। ਜੇ ਇਸ ਮਾਰਗ ਜੋ ਇਸ ਮਾਰਗ 'ਤੇ ਚੱਲਦਾ ਉਸ ਨੂੰ ਪ੍ਰੀਤਮ ਦੇ ਦਰਸ਼ਨ ਜ਼ਰੂਰ ਹੁੰਦੇ ਹਨ। ਜਿਵੇਂ ਬਾਬਾ ਜਵੰਤ ਸਿੰਘ ਜੀ ਮਹਾਰਾਜ, ਉਹਨਾਂ ਨੇ ਕੀਰਤਨ ਕੀਤਾ, ਆਪ ਵੀ ਸਮਾਧੀ ਸੁਣਨ ਵਾਲਿਆਂ ਦੇ ਅੱਖਾਂ 'ਚ ਅਥਰੂ ਸਮਾਧੀਆਂ ਲੱਗ ਜਾਂਦੀਆਂ ਸੀ। ਇਹੀ ਤਾਂ ਭਗਤੀ ਦਾ ਫਲ ਹੈ। ਪਰ ਬਿਨਾਂ ਸ਼ਰਧਾ ਅਤੇ ਆਦਰ ਦੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸੰਤ ਸੇਵਾਨ ਦਾ ਜ਼ਰੂਰ ਹੀ ਨਾਸ ਹੋ ਜਾਂਦਾ ਹੈ। ਹਾਂਜੀ, ਸ਼ਰਧਾਵਾਨ ਲੱਭਤੇ ਗਿਆਨ। ਕ੍ਰਿਸ਼ਨ ਜੀ ਕਹਿੰਦੇ ਨੇ ਸ਼ਰਧਾਵਾਨ ਨੂੰ ਗਿਆਨ ਲੱਗਦਾ। ਸੰਸੇ ਆਤਮਾ ਵਿਨਾਸ਼ਤੀ। ਜਿਹਦੀ ਆਤਮਾ ਸੰਸਾ ਗੁਰੂ 'ਤੇ ਉਹ ਨਾਸ ਹੋ ਜਾਂਦਾ। ਹਾਂਜੀ, ਹੁਣ ਸੰਤ ਸਰਜੀਤ ਸੁਣੀ ਸੀਗੇ, ਸ਼੍ਰੀਮਾਨ ਬਾਬਾ ਕਿਰਪਾਲ ਸਿੰਘ ਜੀ, ਜਿਹੜੇ ਧੰਨ ਧੰਨ ਬਾਬਾ ਅਮੀਰ ਸਿੰਘ ਤੋਂ ਭਰੋਸਾ ਹੈ, ਭਾਈ ਮਨੀ ਸਿੰਘ ਦੀ ਟਕਸਾਲ ਦੇ। ਉਹਨੇ ਆਪਣੇ ਹੁੰਦਿਆਂ ਸਰਜੀਤ ਸੁਣਨ ਨੂੰ ਹਾਂਜੀ ਸੇਵਾ ਦੇ ਦਿੱਤੀ ਸੀ। ਫੋਟੋਆਂ ਵੀ ਹੈਗੀਆਂ ਗ੍ਰੰਥ 'ਚ। ਅਤੇ ਉਹ ਕਿਤੇ ਬਾਬਾ ਜੀ 'ਤੇ ਕੋਈ ਕਿਸੇ ਦੇ ਕਹੇ ਸ਼ੰਕਾ ਕਰ ਲਈ। ਹਾਂਜੀ, ਅਤੇ ਸੰਤ ਕਹਿਣ ਲੱਗੇ ਜੇ ਸਾਨੂੰ ਤੇਰੇ ਸਾਡੇ 'ਤੇ ਤੈਨੂੰ ਯਕੀਨ ਨਹੀਂ, ਤੂੰ ਚਲੇ ਜਾਵੇ ਫਿਰ। ਹਾਂਜੀ, ਉਹ ਫਿਰ ਖਾਲੀ ਰਹਿ ਗਿਆ। ਹਾਲਾਂਕਿ ਸੇਵਾ ਬਹੁਤ ਕੀਤੀ ਸੀ,
विद्या बड़ी विद्वान बनाते सी वो महापुरखों के। हाँ कहते आखे महाराज तुहानू तो कहते नहीं, सानू लोग कहते हैं, कहते तू लोगों दियां सुनदा, तैनू नहीं यकीन साडे ते। जे नहीं यकीन तो चले जाओ, फिर ये खाली रह गया, बख्शिश नहीं लै सके। फिर वाड़ी जाके भी बनाया, अमृत भी बनाया, वो गल नहीं कि गुरु ते शंका करके हाँ जी जो मक्खण सुनन सेवा मिल गई सी। इस करके फिर कहते जिहड़ा हैगा हुण बाबे मस्ताना रहे हैं, वो कई बार इस तरह क्रिया करते अगल निशरदक हो जाए, जे निशरदक बनने चलिया गया तो बाबे महेंद्र सुनन महाराज कह गए मास्तां की सेवा करिए। वो फिर बहुत तरह करते थे कि तेरे तो भज जाए निशरदक आंगली, पर वो निशरदक नहीं हुए तो फिर बख्शिश लै गया। इस करके कहते संसेवान का जरूर ही नाश हो जाता है। इसलिए भगती मार्ग ते शरधा अते आदर नाल चले। प्रेम सब तरह की सहनशीलता का भाव हाँ जी ते ततिक्षा पैदा कर दिंदा है। हाँ जी ये बड़ा तप है, प्रेम तप रूप है, क्योंकि जो कुछ दे नहीं सकता वो प्रेमी नहीं। प्रेमी नूं तां अपना सब कुछ सौंपना पैंदा। इस विच तां मुक्ति तक की भी कामना त्याग करना पैंदा है। प्रेम नाल मन अपने आप ही पवित्र हो जाता है, क्योंकि कामना नाल पाप दूर, कामना नाल पाप हुंदे हन, पर प्रेम विच कामना रहिंदी ही नहीं। भगती विच प्रधान वस्तु है भजन। भजन नाल अविद्या आदि कलेशां दा नाश हुंदा है अते शुभ की प्राप्ति हुंदी है। इसलिए भगती नूं कलेशां दा नाश करन वाली अते शुभ दा कहा है। शुभ ये है बैराग, भोगां तो मूँह मोड़ना, मन च कोई विकार ऐब नहीं फुरना है, तो उन्होंने दूर करने वास्ते हर वेले बाणी पढ़नी, सेवा च लगे रहना। प्रेम हाँ जी सब नाल बिना स्वार्थ दे मित्रता, अमृतब आत्मा की अमृता का विश्वास, इन्हां शुभ गुणों का फल है भगवत चरणों विच अनन्य रति, दृढ़ ऐन प्रीति होनी रति। इस वास्ते हुण अगला प्रसंग जिहड़ा उहदे विच हाँ जी माया सागर हाँ जी तो कौन तरदा है, क्योंकि हुण रात तुहानूं खुले थोड़ा रह गया पूरा कर दईए। नारद जी अपने भगती सूत्रां सब तो अंत विच दसदे हन कि माया तो कौन तरदा है। वो कहते हैं कि महापुरखों की अमृत रूपी सिक्ख्या उपदेश तैरन वाले नूं नवी शक्ति दिंदा है। जिहड़ा विश्वास रख के महापुरखों बचना ते चलदा रहिंदा। हाँ जी नानक नाम जहाज है पढ़ते हैं, पर जहाज कोई मलाह होगा, कुक होगा तो ही चलूगा, अपने आप तो जहाज नहीं ना चलना। हुण बेड़ी उमें दरिया च पा दी अपने आप कित्थे जाऊगी, मलाह तो चलती नहीं। इस वास्ते फिर जिहड़े महापुरख हुंदे आ, गुरु हुंदे आ, वो मलाह दी नहीं हुंदे आ। वो कहते हैं कि महापुरखों की अमृत रूपी सिक्ख्या उपदेश तैरन वाले नूं नवीं शक्ति दिंदा है अते इस तरह उसनूं माया दे सागर नूं पार करन दे योग बनाउंदी है, जिस नूं पार करना बहुत औखा है। पर संतां की सेवा करन नाल उसनूं तैरन की भी जरूरत नहीं रहिंदी। वो बिना अपने यतन दे उन्हां दी किरपा तो ही पार हो जाता है। जिवें बेड़ी च बह जाए फिर तरना थोड़ी पऊगा। ये किरपा उसनूं एक पुल का काम दिंदी है, जो उसनूं माया सागर तो पार लै जाता है। इसलिए निर्मल भगती प्राप्त करने लई महापुरख चरनां की सेवा बहुत जरूरी है। उन्हां दी सेवा नाल सब पापां, संसार दे मोह अते तृष्णा दे जवार भाटे तो जिहड़ा तूफान आउंदा आसानी नाल, जवार भाट आउंदा समुंदर विच तूफान आउंदा उहनूं जवार भाटा कहंदे। जिहड़ा वो लपेट च आ गया फिर बड़े बड़े जहाज भी गर्क जाते, जवार भाटा लिया विच गर्क जाते। हुण कल्ला जवार लिखिआ इत्थों की समझे जवार चरी है जां की चीज़ है जां मक्की है, तो आसानी नाल छुटकारा पा लैंदा है। ईश्वर का ज्ञान अते प्रेम तप जग दान पूजा जां वेद पढ़न नाल प्राप्त नहीं हो सकता,
ਉਹ ਤਾਂ ਸਿਰਫ ਸਾਧੂਆਂ ਦੇ ਚਰਨਾਂ 'ਚ ਧੂੜੀ ਵਿੱਚ ਇਸ਼ਨਾਨ ਕਰਨ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਮਹਾਂਪੁਰਸ਼ਾਂ ਦੀ ਸੇਵਾ ਵਿੱਚ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਵੀ ਸ਼ਾਮਿਲ ਹੈ। ਹੁਕਮ ਮੰਨਣਾ, ਮੋਹਰੇ ਨਹੀਂ ਬੋਲਣਾ, ਸਤ ਵਚਨ ਕਹਿਣਾ। ਜੋ ਸਭ ਸੰਗਾਂ ਦਾ ਤਿਆਗ ਕਰਕੇ ਮਹਾਂਪੁਰਖਾਂ ਦੀ ਸੇਵਾ ਕਰਦਾ ਹੈ ਅਤੇ ਮਮਤਾ ਨਹੀਂ ਰੱਖਦਾ, ਉਹ ਮਾਇਆ ਤੋਂ ਤਰ ਜਾਂਦਾ ਹੈ। ਮਮਤਾ ਨਾ ਰੱਖਣ ਦਾ ਅਰਥ ਇਹ ਹੈ ਕਿ ਕਿਸੇ ਵੀ ਚੀਜ਼ ਨੂੰ ਆਪਣੀ ਨਾ ਸਮਝਣਾ, ਭਾਵ ਮੈਂ ਮੇਰੀ ਨੂੰ ਛੱਡ ਦੇਣਾ। ਇਸ ਨਾਲ ਹੰਕਾਰ ਤੋਂ ਵੀ ਰਹਿਤ ਹੋ ਜਾਂਦਾ। ਉਹਨਾਂ ਸਾਹਿਬ ਗਏ ਹੋ ਸੀ, ਬਾਬਾ ਸਾਹਿਬ ਬੇਦੀ ਦਾ ਸਥਾਨ ਹੈ ਨਾ, ਅਤੇ ਬਾਬਾ ਵੀਰ ਸਿੰਘ ਨੂੰ ਕਹਿੰਦੇ ਵੀ ਮਰਿਆਂ ਦੇ ਦੇਰੇ ਬਣਦੇ, ਸਾਡਾ ਜੀਂਦਿਆਂ ਦਾ ਬਣਾ। 2 ਵਾਰ ਬਣਾਇਆ, ਕਹਿੰਦੇ ਪਸੰਦ ਨਹੀਂ ਢਾਹਦੇ। ਫਿਰ ਤੀਜੀ ਵਾਰੀ ਫਿਰ ਚਰਨ ਪਾਵੇ, ਅਤੇ ਹਾਲੇ ਵੀ ਉਹ ਬਣਿਆ। ਅਤੇ ਫਿਰ ਪਲੰਘ ਡਾਇਆ, ਫਿਰ ਕਿਰਪਾ ਕੀਤੀ। ਅਤੇ ਦੇਖ ਲਓ ਇੰਨੀ ਮਿਹਨਤ ਹੈ। ਚੂਨਾ ਜਿਹੜਾ ਮਖਮਲ ਮੰਗੂ ਚਿਹਰਾ ਦੀਦਾ, ਅੱਗੇ ਰੋਡ ਇਕੱਠੇ ਕਰਕੇ ਵਿੱਚ ਸਣ ਦੇ ਵੀ ਮਿਲਾ ਕੇ ਚੱਕੀ ਨਾਲ ਪੀ ਤਿਆਰ ਕਰਦੇ। ਹੁਣ ਸੀਮਿੰਟ ਲਾਉਂਦੇ ਮਗਰੋਂ ਉਖੜ ਪਹਿਲਾਂ ਜਾਂਦਾ ਕਿ ਨਹੀਂ, ਨਾਲੇ ਝਾੜਨਾ ਪੈਂਦਾ। ਪਰ ਉਹ ਸਦੀਆਂ ਬੀਤ ਜਾਂਦੀਆਂ। ਹਾਂਜੀ, ਮਿਹਨਤ ਇੰਨੀ ਕਰਦੇ ਸੀ। ਅਤੇ ਉੱਥੇ ਬਾਬਾ ਮਹਿੰਦਰ ਸਿੰਘ ਵੀ ਸੀ, ਬਾਬੇ ਮਸਤ ਵੀ ਸੀ। ਸੰਤ ਚਲੇ ਗਏ ਬਾਹਰ ਨੂੰ ਮਹਾਂਪੁਰਸ਼, ਅਤੇ ਬਾਬੇ ਮਸਤ ਸੀ। ਉਹਨਾਂ ਦੀ ਸੇਵਾ ਜ਼ਿਆਦਾ ਮੈਂ ਹੀ ਕਰਦਾ ਹੁੰਦਾ ਸੀ, ਇਕੱਲੇ ਹੀ ਸੀਗੇ। ਅਤੇ ਮੈਂ ਵੀ ਬੇਨਤੀ ਦੀ ਮਹਾਰਾਜ ਕਿਰਪਾ ਕਰ ਦਿਓ, ਅਤੇ ਚੁੱਪ ਰਹੇ। ਅਤੇ ਕਈ ਵਾਰੀ ਫਿਰ ਆਪਣਾ ਕਰੜੇ ਬਚਨ ਵੀ ਕਰ ਦਿੰਦੇ ਸੀ, ਪਰ ਮੈਨੂੰ ਨਿਉ ਨਹੀਂ ਕੀਤੇ। ਕਈਆਂ ਨੂੰ ਤਾਂ ਫਿਰ ਗਾਲਾਂ ਗੁਲਾਂ ਵੀ ਬਹੁਤ ਕੱਢ ਦਿੰਦੇ ਸੀ। ਜਦ ਨੂੰ ਸੰਤ ਆ ਗਿਆ ਅਤੇ ਮੇਰਾ ਨਾਂ ਲੈ ਕਹਿੰਦੇ ਕਿ ਇਹ ਮੰਗਦਾ ਕੁਛ। ਸੰਤਾਂ ਨੇ ਕਹਿ ਦਿੱਤਾ, ਕਹਿੰਦੇ ਮਹਾਰਾਜ ਤੁਹਾਡੇ ਕੋਲ ਕਿਹੜਾ ਹੈ ਨਹੀਂ, ਦੇ ਦਿਓ। ਉਹ ਨਹੀਂ ਫਿਰ ਬਚਨ ਕੱਢਦਾ, ਕਹਿੰਦੇ ਜਾ ਤੈਨੂੰ ਕਲਿਆਣ ਰੂਪੀ ਸ਼ਿਵ ਕਲਿਆਣ ਰੂਪ ਦਾ ਪੁਜਾਰੀ ਬਣਾਤਾ। ਬਚਨ ਦੇਤਾ। ਜਿਹੜੇ ਬਚਨ ਹੁੰਦੇ ਉਹਨਾਂ ਦੀ ਸ਼ਕਤੀ ਹੁੰਦੀ ਹੈ ਮਹਾਂਪੁਰਸ਼ਾਂ ਦੇ। ਜੋ ਭਾਵੈ ਸੋ ਕਾਰ ਕਰਾਵੇ, ਪ੍ਰੇਮੀ ਭਗਤ ਸਭ ਰਸਮੀ ਅਤੇ ਹਾਂਜੀ ਰਿਵਾਜੀ ਬੰਧਨਾਂ ਨੂੰ ਹਾਂਜੀ ਤਿਣਕੇ ਦੀ ਤਰ੍ਹਾਂ ਤੋੜ ਦਿੰਦਾ। ਕਹਿੰਦੇ ਨਾ ਸਾਡੇ ਰਿਵਾਜ ਹੈ ਜੀ, ਉਹ ਫਿਰ ਰਿਵਾਜ਼ਾਂ ਦੇ ਬੱਚੇ ਜਿਹੜੇ ਉਹ ਭਗਤ ਨਹੀਂ ਬਣ ਸਕਦੇ। ਉਹ ਲੋਕ ਲਾਜ ਫਸੇ ਰਹਿੰਦੇ। ਕੀ ਕਰੀਏ ਜੀ, ਸਾਡੇ ਰਿਵਾਜ ਆ। ਹਾਂਜੀ, ਜਾਣਾ ਪੈਂਦਾ ਲੋਕ ਲਾਜ ਆ। ਜਿਹਨੂੰ ਮਰ ਗਿਆ, ਕੋਈ ਜੰਮ ਪਿਆ, ਉਧਰ ਦੌੜ ਪੈਂਦੇ ਨਾ। ਹਲ ਬਾਬੇ ਮੇਛੇ ਦੀ ਸੁਣਾਈ ਸੀ, ਉਹ ਨਹੀਂ ਫਿਰ ਫਸਿਆ। ਉਧਰ ਪੁੱਤ ਦਾ ਧੂੰਆਂ ਨਿਕਲਦਾ, ਉਧਰ ਗੋਂਦਵਾਲ ਗਿਆ ਸੀ। ਮਹਾਰਾਜ ਕਹਿੰਦੇ ਉਹ ਧੂੰਆਂ ਨਿਕਲਦਾ ਤੇਰੇ ਪੁੱਤ ਦਾ। ਕਹਿੰਦੇ ਤਾਂ ਮਰਦੇ ਜੰਮਦੇ ਰਹਿਣੇ ਆ, ਤੁਹਾਡੀ ਸੇਵਾ ਥੋੜ੍ਹੀ ਰੋਜ਼ ਮਿਲਣੀ। ਸੇਵਾ ਨਹੀਂ ਛੱਡੀ। ਇਹ ਆ ਪ੍ਰੇਮ ਸੱਚਾ। ਅਤੇ ਆਮ ਭੱਜ ਜਾਂਦੇ ਆ ਸੇਵਾ ਛੱਡ ਕੇ। ਰਿਵਾਜੀ ਬੰਧਨਾਂ ਨੂੰ ਤਿਣਕੇ ਦੀ ਤਰ੍ਹਾਂ ਤੋੜ ਦਿੰਦਾ। ਉਹ ਤਾਂ ਈਸ਼ਵਰ ਦੇ ਹਾਂਜੀ ਹੱਥ ਵਿੱਚ ਜੰਤਰ ਆਲਾ ਹੁੰਦਾ। ਉਹ ਆਪਣਾ ਵੀ ਨਹੀਂ ਕਹਿੰਦਾ, ਮੈਂ ਤਾਂ ਇੱਕ ਜੰਤਰ ਹਾਂ, ਜਿਵੇਂ ਰੱਬ ਵਜਾਉਂਦਾ ਉਵੇਂ ਵੱਜ ਰਿਹਾ। ਉਹਦਾ ਬਣ ਜਾਂਦਾ। ਜੋ ਭਾਵੈ ਸੋ ਕਾਰ ਕਰਾਵੇ, ਇੱਥੇ ਖੜ ਜਾਂਦਾ। ਬਾਣੀ ਦੱਸਦੀ ਪ੍ਰੇਮੀ ਭਗਤ ਨੂੰ ਕੋਈ ਇੱਛਾ ਜਾਂ ਚਿੰਤਾ ਨਹੀਂ ਹੁੰਦੀ। ਉਸ ਦੇ ਯੋਗ ਖੇਮ ਦਾ ਜਿੰਮਾ ਖੁਦ ਭਗਵਾਨ ਲੈਂਦੇ ਹਨ। ਪ੍ਰੇਮੀ ਭਗਤ ਹਾਂਜੀ ਕਰਮ ਫਲ ਤਿਆਗ ਦਿੰਦਾ ਹੈ, ਸਗੋਂ ਉਹ ਤਾਂ ਕਰਮਾਂ ਨੂੰ ਵੀ ਤਿਆਗ ਦਿੰਦਾ ਹੈ। ਭਾਵ ਉਹ ਆਪਣੇ ਸਭ ਕੰਮ ਵਿੱਚ ਭਗਵਾਨ ਦੀ ਲੀਲਾ ਦੇਖਦਾ ਹੈ ਅਤੇ ਕਰਤਾ ਹੋਣ ਦਾ ਹੰਕਾਰ ਨਹੀਂ ਰੱਖਦਾ। ਹੁਣ ਆਪਣੇ ਡੇਰੇ ਵਾਲੇ ਬਾਬੇ ਬਾਲ ਸਿੰਘ ਸ਼੍ਰੀ ਮਾਨ ਜੀ ਜਹੇਦਾਰ ਜੀ ਅਤੇ ਮਾਤਾ ਜੀ ਦਰਸ਼ਨ ਕਰੇ ਜੀ ਮੈਲੀ ਸਾਹਿਬ, ਮਾਤਾ ਜੀਵਾ ਸ਼ਾਹ ਦੇ। ਉਹ ਜਾਣ ਸੀ। ਉਦੋਂ ਹੀ ਸੇਵਾ ਭੇਜਤਾ। ਕਹਿੰਦੇ ਇੱਥੇ ਨਹੀਂ ਹੋਣਾ ਮੇਰੇ ਕੋਲ। ਜੋ ਆਨੰਦ ਲਾਲ ਤੁਹਾਡੀ ਸੇਵਾ ਲਗਾ ਉਹ ਕਰਿਆ ਕਰੋ, ਉਹ 'ਚ ਭਲਾ ਹੋਣਾ। ਤੁਹਾਡੀਆਂ ਉਹ ਡਿਊਟੀਆਂ ਲਗਾ ਨਾ, ਪਹਿਰੇ ਲਗਾ, ਉਹ ਕਰਨੇ ਇੱਥੇ ਮੇਰੇ ਕੋਲ ਨਹੀਂ ਹੋਣਾ। ਉਹ 'ਚ ਭਲਾ ਹੋਣਾ। ਜਾਣ ਸੀ, ਪਹਿਲਾਂ ਹੀ ਭੇਜਤਾ ਕਿ ਜੇ ਇਹਨਾਂ ਨੂੰ ਘੁੰਮਣ ਦੀ ਆਦਤ ਪੈ ਗਈ ਫਿਰ ਇਹਨੇ ਸੇਵਾ ਨਹੀਂ ਕਰਨੀ, ਅਤੇ ਸੇਵਾ ਛੱਡ ਬਹਿਣਗੇ। ਅਤੇ ਬਾਬੇ ਕਿਸ਼ਨ ਸੁਣੋ ਕੋ ਨਾ, ਇਹ ਕੋਈ ਸੰਤ ਸੀ, ਚਲੇ ਗਿਆ। ਉਹ ਲੋਕਾਂ ਵਾਲਿਆਂ ਦਾ ਚੇਲਾ ਸੀ, ਅਤੇ ਕਹਿੰਦਾ ਮਹਾਰਾਜ ਮੈਂ 1.25 ਲੱਖ ਜਪਜੀ ਸਾਹਿਬ ਪੜ੍ਹਨਾ। ਅਤੇ ਬਾਬਾ ਕਿਸ਼ਨ ਸਿੰਘ ਕਹਿੰਦੇ ਵੀ ਲੋਕਾਂ ਦੇ ਪਾਠਾਂ ਭੋਗਾਂ 'ਤੇ ਜਾਂਦਾ ਹੁੰਦਾ। ਕਹਿੰਦੇ ਹਾਂ ਜੀ।
ਤੇ ਕਹਿੰਦੇ ਦੀਵਾਨ ਵੀ ਲਾਉਂਦਾ ਹੁੰਦਾ? ਕਹਿੰਦੇ ਹਾਂਜੀ। ਕਹਿੰਦੇ ਫੇਰ ਨਹੀਂ ਹੋਣਾ। ਕਹਿੰਦੇ ਸਾਡਾ ਜਿਹੜਾ ਸੰਤ ਸੀ ਨਾ ਬਾਬਾ ਈਸ਼ਰ ਨੂੰ ਇਸ਼ਾਰਾ, ਕਹਿੰਦੇ ਇਹਨੂੰ ਹੀ ਦੀਵਾਨ ਤੋਂ ਪਹਿਲਾਂ ਜਿਹੜੇ ਜਪਜੀ ਸਾਹਿਬ ਕਰ ਲੈ, ਫੇਰ ਨਹੀਂ ਹੁੰਦੇ 125 ਕਰਦੇ ਸੀ ਨਾ ਰੋਜ਼। ਕਹਿੰਦੇ ਫੇਰ ਨਹੀਂ ਹੋਣੇ। ਫਿਰ ਤੈਨੂੰ ਕਿਤੇ ਕਹਿੰਦੇ ਹੁਣ ਫਿਰ ਜਿਹੜਾ ਲੋਕੂ ਹੋਣਾ ਕਿਹਾ ਉਹ ਹੀ ਕਰੀ ਜਾ। ਤੇ ਬਾਬਾ ਕਿਸ਼ਨ ਸਿੰਘ ਨੇ ਮੋਰਿਓਂ ਸੁਣਾਤਾ ਰਾੜਿਆ। ਕਹਿੰਦੇ ਲੋਕਾਂ ਦੇ ਪਾਠਾਂ ਭੋਗਾਂ 'ਤੇ ਵੀ ਜਾਂਦਾ ਹੁੰਦਾ, ਮਰਿਆਂ ਜੰਮਿਆਂ 'ਤੇ ਦੁਕਾਨਾਂ ਦੇ ਮਹੂਰਤ ਕਰਨ ਵੀ ਜਾਂਦਾ ਹੁੰਦਾ। ਕਹਿੰਦੇ ਹਾਂਜੀ। ਕਹਿੰਦੇ ਦੀਵਾਨ ਵੀ ਲਾਉਂਦਾ ਹੁੰਦਾ? ਕਹਿੰਦੇ ਹਾਂਜੀ। ਕਹਿੰਦੇ ਫੇਰ ਨਹੀਂ ਹੋਣੇ। ਫਿਰ ਕਹਿੰਦੇ ਜਿਹੜੇ ਤੈਨੂੰ ਉਹ ਨਹੀਂ ਕਿਹਾ ਨਾ ਉਹ ਹੀ ਕਰੀ ਜਾ। ਬਹੁਤ ਬੇਪਰਵਾਹ ਸੀਗੇ ਉਹ। ਹਾਂਜੀ। ਇੱਕ ਵਾਰ ਉਹਨੂੰ ਕਹਿੰਦੇ ਮਹਾਰਾਜ ਫਲਾਨੀ ਜਿਹੜੀ ਨਾ ਜੀਵ ਨੂੰ ਲੈ ਜੇ ਬੰਦਾ ਸਵਾਦ ਨਹੀਂ ਨਾਲ ਮਰ ਜਾਂਦਾ ਜ਼ਹਿਰ। ਕਹਿੰਦੇ ਦਿਖਾ ਲਓ। ਉਹ 2 ਡਾਟਾ ਭਰ ਕੇ ਪੀ ਗਿਆ ਤੇ ਕੁਝ ਵੀ ਨਹੀਂ। ਕਹਿੰਦੇ ਫਿੱਕੀ ਜਿਹੀ ਆ। ਐਡੇ ਵਧੇ ਸੀਗੇ। ਇਸ ਕਰ ਕਹਿੰਦੇ ਆ ਸਗੋਂ ਉਹ ਤਾਂ ਕਰਮਾਂ ਨੂੰ ਵੀ ਤਿਆਗ ਦਿੰਦਾ ਹੈ। ਹੁਣ ਆਪਣੇ ਬਾਬਾ ਸਾਹਿਬ ਸਿੰਘ ਦੇ ਹਰ ਕੋਲ ਸਾਰੀ ਜ਼ਿੰਦਗੀ ਕਿਸੇ ਜਾਣ ਦਾ ਫੁਰਨਾ ਹੀ ਨਹੀਂ ਫੁਰਿਆ। ਪਰ ਰੋਟੀਆਂ ਥਲਦੇ ਹੁੰਦੇ ਸੀ, ਪ੍ਰਸ਼ਾਦਾ ਬਣਾਉਣ ਵੇਲੇ ਜਾਂ ਚੋਪੜਦੇ ਸੀ। ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਦੇ ਬਚਨਾਂ 'ਤੇ ਲਾਤੀ। ਤੇਰੇ ਗੁਰੂ ਸਾਹਿਬ ਰਾਲਾ ਸਿੰਘ ਲੰਗਰੀ ਸੀ। ਕਹਿੰਦੇ ਸਾਡਾ ਤਾਂ ਚੱਕਲਾ ਬੇਲਣਾ ਹੀ ਤੀਰਥ ਆ, ਕਿਤੇ ਨਹੀਂ ਸੇਵਾ 'ਚ ਬਾਬਾ ਅਤਰ ਸਿੰਘ ਮਹਾਰਾਜ ਦੇ ਹੁਕਮਾਂ 'ਚ। ਇਹਲੇ ਘੁੰਮਣ ਫਿਰਨ ਦੀ ਆਦਤ ਪੈ ਜਾਏ ਨਾ, ਫਿਰ ਸੇਵਾ ਹੀ ਹੁੰਦੀ ਆ ਨਾ ਨਿਤਨੇਮ ਹੀ ਹੁੰਦਾ ਕਿ ਨਹੀਂ। ਫਿਰ ਟਪੂਸੀ ਮਰੀ ਉਹਨੂੰ ਨਿਕਲ ਗਿਆ। ਅੱਜ ਕੱਲ੍ਹ ਇਹਨੂੰ ਲੋਕ ਜ਼ਿਆਦਾ ਕਰਦੇ, ਸੇਵਾ ਕਰਕੇ ਕੋਈ ਰਾਜੀ ਨਹੀਂ ਘੁੰਮਣ ਫਿਰਨ ਨੂੰ। ਹਾਂਜੀ। ਸਗੋਂ ਉਹ ਤਾਂ ਕਰਮਾਂ ਨੂੰ ਜਿਹੜੇ ਆਮ ਘੁੰਮਣ ਫਿਰਨ ਦੇ ਤਿਆਗ ਦਿੰਦਾ ਹੈ। ਭਾਵ ਉਹ ਆਪਣੇ ਸਭ ਕੰਮ ਵਿੱਚ ਭਗਵਾਨ ਦੀ ਲੀਲਾ ਦੇਖਦਾ ਹੈ ਅਤੇ ਕਰਤਾ ਹੋਣ ਦਾ ਹੰਕਾਰ ਨਹੀਂ ਰੱਖਦਾ। ਅਜਿਹਾ ਕਰਨ ਨਾਲ ਉਹ ਨਿਰਦਵੰਦ ਹੋ ਜਾਂਦਾ, ਕੋਈ ਦੁਆਇਸ਼ ਨਹੀਂ ਰਹਿੰਦੀ। ਭਾਵ ਉਹ ਦੁੱਖ ਸੁੱਖ ਲਾਭ ਹਾਨੀ ਮਾਨ ਅਪਮਾਨ ਆਦਿ ਤੋਂ ਉੱਪਰ ਉੱਠ ਜਾਂਦਾ ਹੈ। ਇੱਥੋਂ ਤੱਕ ਕਿ ਉਹ ਵੇਦਾਂ ਨੂੰ ਵੀ ਛੱਡ ਦਿੰਦਾ ਹੈ, ਕਿਉਂਕਿ ਹੁਣ ਉਹ ਸਿੱਧਾ ਅੰਤਰਜਾਮੀ ਭਗਵਾਨ ਤੋਂ ਰਹਿਨੁਮਾਈ ਕਰਦਾ ਹੈ। ਹੁਣ ਨਕਸ਼ਾ ਉਹਨਾਂ ਚਿਰ ਹੀ ਆ ਜਿੰਨਾ ਚਿਰ ਜਿੱਥੇ ਪਹੁੰਚਣਾ ਨਹੀਂ ਪਹੁੰਚਦਾ, ਫੇਰ ਥੋੜ੍ਹੀ ਨਕਸ਼ਾ ਚੁੱਕੀ ਕਰਨਾ। ਜਿੰਨੇ ਗ੍ਰੰਥ ਆ ਇਹ ਨਕਸ਼ਾ ਹੀ ਆ, ਦੱਸਦੇ ਆ ਵਾ। ਹਾਂਜੀ। ਅਜਿਹਾ ਕਰਨ ਨਾਲ ਉਹ ਨਿਰਦਵੰਦ ਹੋ ਜਾਂਦਾ ਹੈ। ਭਾਵ ਉਹਦੇ 'ਚ ਨਾ ਦੁੱਖ ਸੁੱਖ ਲਾਭ ਹਾਨੀ ਮਾਨ ਅਪਮਾਨ ਉੱਪਰ ਉੱਠ ਜਾਂਦਾ। ਇੱਥੋਂ ਤੱਕ ਕਿ ਉਹ ਵੇਦਾਂ ਨੂੰ ਵੀ ਛੱਡ ਦਿੰਦਾ ਹੈ, ਕਿਉਂਕਿ ਹੁਣ ਉਹ ਸਿਧਾਂਤ ਨੇ ਭਗਵਾਨ ਤੋਂ ਰਹਿਨੁਮਾਈ ਪ੍ਰਾਪਤ ਕਰਦਾ ਹੈ ਅਤੇ ਉਸ ਦਾ ਸਾਰਾ ਧਿਆਨ ਅਤੇ ਪ੍ਰੇਮ ਭਗਵਾਨ ਵੱਲ ਬਹਿੰਦਾ ਹੈ। ਨਾਰਦ ਜੀ ਕਹਿੰਦੇ ਹਨ ਐਸੇ ਸਾਧਨਾ ਅਤੇ ਲੱਛਣਾਂ ਵਾਲਾ ਪੁਰਖ ਸਾਰਿਆਂ ਤੋਂ ਨਾ ਸਿਰਫ ਆਪ ਤਰਦਾ ਹੈ, ਸਗੋਂ ਤਾਰਨ ਹੁੰਦਾ, ਤਾਰਨ ਵਾਲਾ ਬਣ ਜਾਂਦਾ। ਭਾਵ ਉਹ ਦੂਸਰਿਆਂ ਨੂੰ ਵੀ ਤਾਰਨ ਲਈ ਜਹਾਜ਼ ਬਣ ਜਾਂਦਾ ਹੈ। ਹਾਂਜੀ। ਅਤੇ ਹੁਣ ਮਹਾਰਾਜ ਸੀਗੇ, ਇੱਕ ਆ ਗਿਆ ਵਿਦਵਾਨ, ਕਹਿੰਦਾ ਮੈਂ ਤੁਹਾਡੇ ਨਾਲ ਚਰਚਾ ਕਰਨੀ ਆ। ਮਹਾਰਾਜ ਕਹਿੰਦੇ ਕਿਹੜੇ ਵਿਸ਼ੇ 'ਤੇ? ਕਹਿੰਦੇ ਆਤਮਾ 'ਤੇ। ਮਹਾਰਾਜ ਕਹਿੰਦੇ ਤੇ ਆਤਮਾ ਦੇਖੀ ਹੈ? ਆਖੇ ਨਹੀਂ। ਫਿਰ ਆਖੇ ਮੈਂ ਗ੍ਰੰਥਾਂ ਦੁਆਰਾ ਵਿਦਾਂਤ ਦੁਆਰਾ। ਕਹਿੰਦੇ ਤੂੰ ਨਕਸ਼ਾ ਚੁੱਕੀ ਫਿਰਦਾ ਹਾਂ ਅਤੇ ਅਸੀਂ ਉਹ ਦੇਖ ਲਈ ਹੈ ਕਿ ਤੇਰੇ ਨਾਲ ਮੈਂ ਕਹਿੰਦੇ ਗੱਲ ਕਾਹਦੀ ਕਰਨੀ। ਮਹਾਰਾਜ ਕਹਿਣ ਲੱਗੇ ਹਰ ਕੋਲ ਵਾਲੇ ਹੁਣ ਇੱਕ ਅਮਰੀਕਾ ਦਾ ਨਕਸ਼ਾ ਚੁੱਕੀ ਫਿਰਦਾ, ਇੱਕ ਅਮਰੀਕਾ ਦੇਖ ਆਇਆ ਅਤੇ ਨਕਸ਼ਾ ਵੱਡਾ ਹੋਊਗਾ ਜਿਹਨੇ ਦੇਖਿਆ। ਇੱਕ ਨੇ ਰੱਬ ਨੂੰ ਦੇਖ ਲਿਆ, ਇੱਕ ਉਹਦੇ ਨਕਸ਼ੇ ਚੁੱਕੀ ਫਿਰਦਾ ਆਪਣਾ ਨਹੀਂ, ਦੁਨੀਆਂ ਦੀਆਂ ਕਿਤਾਬਾਂ ਤੋਂ ਪੜ੍ਹ ਕੇ ਗੱਲਾਂ ਕਰਦਾ। ਉਹ ਨਹੀਂ ਪ੍ਰਤਾਪ ਕਰ ਲਿਆ। ਕਹਿੰਦੇ ਉਹ ਤਾਂ ਫਿਰ ਆਪ ਵੀ ਤਰ ਜਾਂਦੇ, ਦੂਜਿਆਂ ਨੂੰ ਤਾਰਨ ਵਾਸਤੇ ਜਹਾਜ਼ ਬਣ ਜਾਂਦੇ ਆ। ਇਸ ਲਈ ਮਾਇਆ ਤੋਂ ਬਚਣ ਦੇ ਉਪਾਅ ਹਨ। ਸੁਣਦਾ ਪਹਿਲਾਂ ਸਭ ਤਰ੍ਹਾਂ ਦੇ ਸੰਗ ਦਾ ਤਿਆਗ। ਇਹ ਨਹੀਂ ਪਿਓ ਨੂੰ ਮਿਲੇ, ਉਹਨੂੰ ਮਿਲੇ, ਬੁੜੀ ਨੂੰ ਮਿਲੇ, ਮਾਂ ਨੂੰ ਮਿਲੇ, ਪੇ ਨੂੰ ਮਿਲੇ, ਭਰਾ ਨੂੰ ਮਿਲੇ, ਮਾਮੇ ਮਾਮਿਆਂ ਨੂੰ ਮਿਲੇ, ਨਾਨੇ ਨਾਨੇ ਨੂੰ ਮਿਲ ਜਾਏ। ਇਹ ਵੀ ਫੁਰਨੇ ਤਿਆਗਣੇ ਪੈਂਦੇ ਆ। ਫਲਾਣੇ ਮਿੱਤਰ ਨੂੰ ਮਿਲੇ। ਦੂਜਾ ਮਹਾਂਪੁਰਖਾਂ ਦੀ ਸੇਵਾ। ਤੀਸਰਾ
ਮਮਤਾ ਦਾ ਤਿਆਗ, ਹਾਂਜੀ, ਮੈਂ ਮੇਰੀ ਦਾ ਤਿਆਗ। ਚੌਥਾ ਕਰਮ ਫਲ ਤਿਆਗ, ਕੋਈ ਕਰਮ ਕੀਤਾ ਉਹਨੂੰ ਮੈਨੂੰ ਆਹ ਮਿਲ ਜਾ ਉਹ ਮਿਲ ਜਾ, ਸਭ ਕਰਮ ਭਗਵਾਨ ਨੂੰ ਅਰਪਣ ਕਰਨਾ ਅਤੇ ਕਰਤਾਪਨ ਦਾ ਤਿਆਗ। ਪੰਜਵਾਂ ਭਗਵਾਨ ਵਿੱਚ ਅਟੁੱਟ ਪ੍ਰੇਮ, ਪ੍ਰੇਮ ਟੁੱਟੇ ਨਾ, ਇਹ ਨਹੀਂ ਕਦੀ ਉੱਧਰ ਲੱਗ ਗਿਆ ਅਤੇ ਕਦੀ ਉੱਧਰ ਲੱਗ ਗਿਆ। ਅਤੇ ਜਿਹਦਾ ਫਿਰ ਅਟੁੱਟ ਪ੍ਰੇਮ ਆ ਉਹ ਤਾਂ ਨਹੀਂ ਇੱਧਰ ਉੱਧਰ ਹਿਲਦੇ, ਅਤੇ ਜਿਨ੍ਹਾਂ ਦਾ ਉਵੇਂ ਹੀ ਆ ਫਸਲੀ ਬਟੇਰੇ ਜਿਹੜੇ ਆ ਉਹ ਨਹੀਂ ਫਿਟਕਦੇ ਕਿ ਨਹੀਂ, ਹਾਂ, ਉਹ ਫਿਰ ਕਿਸੇ ਨਾ ਫਿਰ ਭੱਜ ਜਾਂਦੇ ਆ। ਫਸਲੀ ਬਟੇਰੇ ਆ, ਜੇ ਫਸਲ ਹੋਵੇ ਤਾਂ ਫਿਰ ਹੀ ਆ, ਉਹ ਰਾਮ ਗਊਆਂ ਵਾਂਗੂ ਜਿੱਥੇ ਹਰਾ ਹਰਾ ਫਿਰ ਉੱਥੇ ਮੂੰਹ ਮਾਰਦੇ ਆ। ਅਤੇ ਇਸ ਕਰਕੇ ਫਿਰ ਇਹ ਹੈਗਾ, ਹੁਣ ਬਹੁਤੇ ਰਾਮ ਗਊਆਂ ਨੂੰ ਘੁੰਮਦੇ ਨਾ, ਸੇਵਾ ਨਹੀਂ ਕਰਨੀ, ਕੋਈ ਸਿਮਰ ਨਹੀਂ ਕਰਨਾ, ਆਉਂਦਿਆਂ ਕਹਿਣਾ ਮਾਮਲਾ ਚਾਹੀਦਾ। ਬੰਦਾ ਸਾਰਾ ਦਿਨ ਦਿਹਾੜੀ ਕਰਦਾ 8 ਘੰਟੇ, ਫਿਰ ਦਿਹਾੜੀ ਮਿਲਦੀ ਹੈ, ਤੂੰ ਉਹਦਾ ਹੀ ਮਾਮਲਾ ਮੰਗਣ ਲੱਗ ਪਿਆ। ਕੀਤਾ ਕੁਛ ਵੀ ਨਹੀਂ ਗੁਰੂ ਘਰ, ਨਾ ਕੋਈ ਝਾੜੂ ਫੇਰਿਆ, ਨਾ ਭਾਂਡਾ ਮਾਂਜਿਆ, ਨਾ ਕੋਈ ਸੇਵਾ ਕੀਤੀ। ਹਾਂ, ਪਹਿਲਾਂ ਆ ਕੇ ਮਾਮਲਾ ਟੈਕਸ ਮੰਗਦੇ ਵੀ ਸਾਨੂੰ ਟੈਕਸ ਦਿਓ। ਹਾਂਜੀ, ਸੋ ਇਸ ਵਾਸਤੇ ਕਹਿੰਦੇ ਉਹਦੇ ਨਾਲ ਅਟੁੱਟ ਪ੍ਰੇਮ ਟੁੱਟੇ ਨਾ। ਹਾਂਜੀ, ਕਹਿੰਦੇ ਨਾ ਹੁਣ ਗਾਉਂਦੇ ਸੀ ਰਾੜੇ ਵਾਲੇ, ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਜਾਗ ਭਾਵੇਂ ਰੁੱਸ ਜਾਏ। ਹਾਂ, ਇੱਦਾਂ ਹੈਗਾ, ਠੀਕ ਆ ਨਾ। ਹੁਣ ਇਹ ਡੋਰੀਆਂ ਪਾਉਂਦੇ ਹੁੰਦੇ ਆ, ਹਾਂ ਨਹੀਂ, ਇਹ ਜਾਲ ਗ੍ਰਸਤੀਆਂ ਦੇ ਹੁੰਦੇ ਆ, ਅਤੇ ਮਾਇਆ ਦੇ ਸਬਜ਼ ਬਾਗ ਦਿਖਾ ਲੈਣੇ। ਹਾਂ, ਤੇਰਾ ਹੁਣ ਉਹ ਹੋ ਜਾਊ, ਆਹ ਹੋ ਜਾਊ। ਜਦੋਂ ਸਬਜ਼ ਬਾਗਾਂ ਨੂੰ ਝਾਕਣ ਲੱਗ ਪਿਆ ਫਿਰ ਨਹੀਂ ਭਗਤੀ ਹੋਣੀ। ਹੈਂ, ਸਮਝਦਾ ਕਿ ਨਹੀਂ? ਇਹ ਹੁਣ ਇੰਨੇ ਅੱਜ ਬਹੁਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।